ਟੂਡੇ ਨਾਓ ਪੰਜਾਬੀ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ। ਮੈਂ ਤੁਹਾਡਾ ਆਪਣਾ ਜਸਕਰਨ ਸਿੰਘ। ਅੱਜ ਅਸੀਂ ਸਟੂਡੀਓ ਦੇ ਵਿੱਚ ਜਿਹੜੀ ਗੱਲਬਾਤ ਕਰ ਰਹੇ ਹਾਂ ਜੀ, ਉਹ ਕਰ ਰਹੇ ਨਰਿੰਦਰ ਮੋਦੀ ਦੇ ਬਾਰੇ 'ਚ ਅਤੇ ਉਹਨਾਂ ਦੀ ਜੀਵਨੀ ਦੇ ਬਾਰੇ 'ਚ ਕੁਛ ਆਪਾਂ ਗੱਲਾਂ ਬਾਤਾਂ ਸਾਂਝੀਆਂ ਕਰਾਂਗੇ ਜੀ। ਇਹ ਗੱਲਾਂ ਬਾਤਾਂ ਸਾਂਝੀਆਂ ਕਰਨ ਵਾਸਤੇ ਆਪਣੇ ਨਾਲ ਸਟੂਡੀਓ ਵਿੱਚ ਪਹੁੰਚੇ ਨੇ ਸਰਦਾਰ ਕਮਲਦੀਪ ਸਿੰਘ ਜੀ। ਆਓ ਜੀ ਪਹਿਲਾਂ ਇਹਨਾਂ ਨੂੰ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਕਮਲਦੀਪ ਜੀ, ਜਿਹੜੇ ਆਪਣੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਸ ਟਾਈਮ ਨਰਿੰਦਰ ਮੋਦੀ, ਇਹ ਚਾਹ ਬਣਾਉਣ ਵਾਲੇ ਦੱਸ ਰਹੇ ਆਪਦੇ ਆਪ ਨੂੰ ਕਿ ਮੈਂ ਇੱਕ ਚਾਹ ਬਣਾਉਣ ਵਾਲਾ ਜੀ। ਅਤੇ ਇਹ ਚਾਹ ਬਣਾਉਂਦੇ ਪ੍ਰਧਾਨ ਮੰਤਰੀ ਆਪਣੇ ਦੇਸ਼ ਦੇ ਕਿਵੇਂ ਬਣ ਗਏ? ਦੇਖੋ, ਇਹ ਕਹਿਣ ਨੂੰ ਗੱਲ ਆ ਵੀ ਚਾਹ ਬਣਾਉਂਦੇ ਪ੍ਰਧਾਨ ਮੰਤਰੀ ਬਣ ਗਏ। ਇਹ ਨਰਿੰਦਰ ਮੋਦੀ RSS ਦੇ ਵਰਕਰ ਸੀਗੇ। ਇਹ ਅੱਜ ਵੀ RSS ਦੇ ਵਰਕਰ ਨੇ? ਹਾਂ, RSS ਦੇ ਹੀ ਜਿਹੜਾ ਪੋਲੀਟੀਕਲ ਵਿੰਗ ਹੈ ਨਾ BJP। ਠੀਕ ਹੈ ਜੀ। RSS ਦੇ ਵਰਕਰ ਸੀ। RSS ਲਈ ਕੰਮ ਕੀਤਾ ਇਹਨਾਂ ਨੇ। ਠੀਕ ਹੈ। ਅਤੇ ਇਹ ਕਾਫੀ ਛੋਟੀ ਉਮਰ ਤੋਂ ਹੀ ਇਹ ਕੰਮ ਕਰਦੇ ਰਹੇ। ਠੀਕ RSS ਲਈ। ਅਤੇ RSS ਦੇ ਵਿੱਚ ਹੁੰਦਿਆਂ ਹੀ ਜਦੋਂ ਇੰਦਰਾ ਗਾਂਧੀ ਨੇ 1977 'ਚ ਐਮਰਜੈਂਸੀ ਲਾਈ। ਠੀਕ ਹੈ ਜੀ। ਉਸ ਦੌਰਾਨ ਇਹ ਪੰਜਾਬ 'ਚ ਸੀਗੇ। ਉਸ ਟਾਈਮ 'ਤੇ ਨਰਿੰਦਰ ਮੋਦੀ ਆਪਣੇ ਪੰਜਾਬ ਦੇ ਵਿੱਚ ਸਨ। ਇਹ ਪੰਜਾਬ 'ਚ ਸੀ। ਠੀਕ ਹੈ ਜੀ। ਪੰਜਾਬ 'ਚ ਫਿਰ ਆਪਦੇ ਆਪ ਨੂੰ ਇਹ ਰੂਪੋਸ਼ ਹੋਇਆ ਜਦੋਂ ਫੜੋ ਫੜੀ ਹੋਈ ਇਹ RSS ਵਰਕਰਾਂ ਦੀ ਜਾਂ BJP ਦੇ। ਉਦੋਂ BJP ਤਾਂ ਨਹੀਂ ਹੁੰਦੀ ਸੀ, ਉਦੋਂ ਜਨਤਾ ਦਲ ਕਹਿੰਦੇ ਸੀ ਇਹਨੂੰ। ਠੀਕ ਹੈ ਜੀ। ਅਤੇ ਉਸ ਸਮੇਂ ਜਦੋਂ ਇਸ ਨੇ ਆਪਣਾ ਭੇਸ ਜਿਹੜਾ ਉਹ ਸਿੱਖ ਦੇ ਰੂਪ 'ਚ ਬਣਾਇਆ। ਠੀਕ ਹੈ ਜੀ। ਅਤੇ ਇਹ ਪੱਗ ਬੰਨ੍ਹ ਕੇ ਅਤੇ ਦਾੜ੍ਹੀ ਨੇ ਵਧਾ ਕੇ ਰੱਖੀ। ਠੀਕ ਹੈ। ਅਤੇ ਇਹ ਐਜ਼ ਏ ਸਿੱਖ ਹੀ ਉਦੋਂ ਰੂਪੋਸ਼ ਰਿਹਾ ਅਤੇ ਉਦੋਂ ਪੰਜਾਬ 'ਚ ਅਤੇ ਪੰਜਾਬ ਬਾਰੇ ਕਾਫੀ ਕੁਛ ਜਾਣਦਾ ਹੈ ਕਿਉਂਕਿ ਪੰਜਾਬ 'ਚ ਕਾਫੀ ਵਿਚਰਿਆ ਉਦੋਂ। ਠੀਕ ਹੈ। ਅਤੇ ਇਸ ਤਰ੍ਹਾਂ ਇਹ ਇੱਕ RSS ਦਾ ਹੀ ਕੈਡਰ ਸੀ। ਇਹ ਇੱਥੋਂ ਪ੍ਰਮੋਟ ਹੁੰਦਾ ਇਹ ਗੁਜਰਾਤ ਦਾ ਮੁੱਖ ਮੰਤਰੀ ਬਣਿਆ। ਠੀਕ ਹੈ ਜੀ। ਅਤੇ ਅਸਲ ਦੇ ਵਿੱਚ ਮੁੱਖ ਮੰਤਰੀ ਤਾਂ ਬਥੇਰੇ ਰਹੇ ਗੁਜਰਾਤ ਦੇ, ਪਰ ਸਾਰੇ ਭਾਰਤ ਵਿੱਚ ਜਿਹੜੀ ਇਹਦੀ ਨਰਿੰਦਰ ਮੋਦੀ ਦਾ ਜਿਹੜਾ ਹੋਇਆ ਵੀ ਇਹਦੇ ਨਾਂ ਦਾ ਇੰਨਾ ਉਭਾਰ ਹੋਇਆ। ਠੀਕ ਹੈ ਜੀ। ਉਹ ਤੁਸੀਂ ਕਹਿ ਲਓ ਵੀ ਇਹ ਗੁਜਰਾਤ ਦੇ ਵਿੱਚ ਜਦੋਂ ਮੁਸਲਮਾਨਾਂ ਦਾ ਕਤਲੇਆਮ ਹੋਇਆ। ਠੀਕ ਹੈ ਜੀ। ਉੱਥੋਂ ਇਹ ਬਹੁਤ ਜ਼ਿਆਦਾ ਹਾਈਲਾਈਟ ਹੋਇਆ। ਮੁਸਲਮਾਨਾਂ ਦਾ ਜਦੋਂ ਕਤਲੇਆਮ ਹੋਇਆ ਉਦੋਂ ਇਹ ਮੁੱਖ ਮੰਤਰੀ ਸੀ। ਠੀਕ ਹੈ ਜੀ। ਮੁੱਖ ਮੰਤਰੀ ਹੁੰਦਿਆਂ ਜਿਹੜਾ ਮੁਸਲਮਾਨ ਜਿਹੜੇ ਨੇ ਉਹਨਾਂ ਦਾ ਕਤਲੇਆਮ ਹੋਣ ਤੋਂ ਬਾਅਦ, ਕਿਉਂਕਿ ਉਦੋਂ ਗੋਧਰਾ ਕਾਂਡ ਹੋਇਆ ਸੀ। ਠੀਕ ਹੈ। ਇਹ ਗੱਡੀ ਦਾ ਡੱਬੇ ਦੇ ਵਿੱਚ ਜਿਹੜੇ ਰਾਮ ਮੰਦਰ ਬਣਾਉਣ ਵਾਲੇ ਸੀਗੇ, ਜਿਹਨੂੰ ਕਾਰ ਸੇਵਕ ਵੀ ਕਹਿੰਦੇ ਆ। ਠੀਕ ਹੈ ਜੀ। ਉਹ ਡੱਬਾ ਸਾਰਾ ਜਿਹੜਾ ਸੀ ਉਹ ਸਾੜ ਦਿੱਤਾ ਗਿਆ ਸੀ, ਜਿਹਦੇ ਬਾਰੇ ਇਹ ਕਿਹਾ ਜਾਂਦਾ ਵੀ ਉਹ ਮੁਸਲਮਾਨਾਂ ਨੇ ਸਾੜਿਆ। ਠੀਕ ਹੈ ਜੀ। ਅਤੇ ਬਾਅਦ ਦੀਆਂ ਕੋਈ ਰਿਪੋਰਟਾਂ ਇਹ ਵੀ ਕਹਿੰਦੀਆਂ ਨੇ ਵੀ ਉਹ ਕੋਈ ਸਾਜ਼ਿਸ਼ ਸੀਗੀ, ਸਰਕਾਰਾਂ ਦੀ ਸਾਜ਼ਿਸ਼। ਹਾਂ, ਫਿਰ ਹੋ ਸਕਦਾ ਵੀ ਇਹਦਾ ਕੋਈ ਪੁਖਤਾ ਸਬੂਤ ਨਹੀਂ, ਪਰ ਲੋਕਾਂ ਦਾ ਮੰਨਣਾ ਵੀ ਲੋਕਾਂ ਦਾ ਜਿਹੜੇ ਲੋਕ ਆਜ਼ਾਦ ਫਿਤਰਤ ਦੇ ਨੇ, ਜਿਹੜੇ ਖੁੱਲ੍ਹਾ ਸੋਚਦੇ ਨੇ, ਜਿਹੜੇ ਸੋਚਦੇ ਨੇ ਵੀ ਇਹ ਲੋਕਤੰਤਰ ਦੇ ਵਿੱਚ ਬੋਲਣ ਦੀ ਆਜ਼ਾਦੀ ਹੈ, ਉਹ ਤਾਂ ਕਹਿੰਦੇ ਰਹੇ ਨੇ। ਠੀਕ ਹੈ ਜੀ। ਜਿਹੜੇ ਸਰਕਾਰ ਪੱਖੀ ਉਹਨਾਂ ਨੇ ਤਾਂ ਕੀ ਕਹਿਣਾ। ਅਤੇ ਬਾਕੀ ਬਹੁਤੇ ਜਿਹੜੇ ਚੈਨਲ ਨੇ ਉਹਨਾਂ ਨੇ ਉਸ ਸਮੇਂ ਰਿਪੋਰਟਾਂ ਵੀ ਵਿਖਾਈਆਂ ਸੀ। ਇਹ ਜਿਹੜੇ ਸਰਕਾਰ ਪੱਖੀ ਚੈਨਲ ਉਹ ਤਾਂ ਹੁਣ ਵੀ ਤੁਹਾਨੂੰ ਪਤਾ ਵੀ ਉਹ ਆਪਦੇ ਨੂੰ ਕਹਿੰਦੇ ਤਾਂ ਅਸੀਂ ਨਿੱਜੀ ਚੈਨਲ ਨੇ। ਠੀਕ ਹੈ ਜੀ। ਅਤੇ ਪਰ ਉਹ ਪੱਖ ਜਿਹੜਾ ਸਰਕਾਰ ਦਾ ਹੀ ਪੂਰਦੇ। ਉੱਥੋਂ ਨਰਿੰਦਰ ਮੋਦੀ ਇੰਨਾ ਕੁ ਜਿਹੜਾ ਹਾਈਲਾਈਟ ਹੋਇਆ ਕਿ ਉਹ ਜਦੋਂ ਪ੍ਰਧਾਨ ਮੰਤਰੀ ਦੇ ਉਮੀਦਵਾਰ ਵਜੋਂ ਉਹਨਾਂ ਦੀ ਚੋਣ ਹੋਈ ਹੈ। ਹਾਂਜੀ ਹਾਂਜੀ। ਅਤੇ ਉਦੋਂ ਮੋਦੀ ਨੇ ਉਸ ਸਮੇਂ ਦੇ ਜਿਹੜੇ ਵੱਡੇ ਨੇਤਾ ਸੀ ਉਹਨਾਂ ਨੂੰ ਪਛਾੜਿਆ। ਠੀਕ ਹੈ ਜੀ। ਇਹ ਜਿਹੜਾ ਤੁਸੀਂ ਕਤਲੇਆਮ ਦੀ ਜਿਵੇਂ ਗੱਲ ਕਰ ਰਹੇ ਸੀਗੇ ਜੀ ਉਸ ਟਾਈਮ 'ਤੇ, ਅਤੇ ਇੱਕ ਚੀਜ਼ ਤੁਹਾਨੂੰ ਮੈਂ ਹੋਰ ਵੀ ਪੁੱਛਣੀ ਚਾਹੂੰਗਾ ਜੀ। ਜਿਵੇਂ ਬਹੁਤ ਜ਼ਿਆਦਾ ਪਹਿਲਾਂ ਪ੍ਰਚਾਰ ਕੀਤਾ ਗਿਆ ਚੈਨਲਾਂ ਵੱਲੋਂ, ਜਿਵੇਂ ਆਪਾਂ ਨੂੰ ਗੋਦੀ ਮੀਡੀਆ ਮੰਨ ਲੈਂਦੇ, ਗੋਦੀ ਮੀਡੀਆ ਹੀ ਆ। ਜਦੋਂ ਪ੍ਰਚਾਰ ਹੀ ਸਾਰਾ ਮੋਦੀ ਦਾ ਕਰ ਰਹੇ ਅਤੇ ਫਿਰ ਗੋਦੀ ਮੀਡੀਆ ਮੰਨ ਸਕਦੇ ਹਾਂ ਜੀ। ਅਤੇ ਉਹਨਾਂ ਨੇ ਪ੍ਰਚਾਰ ਕੀਤਾ ਸੀਗਾ ਵੀ ਜਿਹੜਾ ਗੁਜਰਾਤ ਮਾਡਲ ਬਣਾਇਆ ਜੀ, ਗੁਜਰਾਤ ਨੂੰ ਇੱਕ ਮਾਡਲ ਬਣਾਤਾ ਜੀ, ਜੇਕਰ ਇਹ ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ ਤਾਂ ਇਹ ਆਪਣੇ ਦੇਸ਼ ਨੂੰ ਵੀ ਬਹੁਤ ਅੱਗੇ ਵੱਲ ਨੂੰ ਲੈ ਕੇ ਜਾ ਰਹੇ ਆ। ਤੁਹਾਨੂੰ ਕੀ ਜਾਪਦਾ ਜੀ ਇਹਦੇ ਬਾਰੇ ਜੀ? ਇਹ ਆਪਣੇ ਦੇਸ਼ ਨੂੰ ਅੱਗੇ ਵੱਲ ਨੂੰ ਲੈ ਕੇ ਗਏ ਨੇ ਜਾਂ ਇਸ ਚੀਜ਼ ਨੂੰ ਪਿੱਛੇ ਵੱਲ ਨੂੰ ਲੈ ਕੇ? ਦੇਖੋ, ਗੁਜਰਾਤ ਮਾਡਲ ਦੀ ਗੱਲ ਆ ਵੀ ਜਿਹੜਾ ਇਹ ਵੀ ਇੱਕ ਬੜਾ ਵੱਡਾ ਜਿਹੜਾ ਪ੍ਰਚਾਰ ਕੀਤਾ ਗਿਆ ਇੰਨੇ ਜ਼ਬਰਦਸਤ ਤਰੀਕੇ ਨਾਲ, ਕਿਉਂਕਿ ਮੀਡੀਆ ਜਿੰਨੇ ਵੀ ਹਾਊਸ ਸੀਗੇ ਸਾਰੇ ਇਹ ਜਿਹੜੇ ਕਾਰਪੋਰੇਟ ਘਰਾਣੇ ਉਹ ਸੀ, ਉਹਨਾਂ ਦੇ ਸੀ
ਜਿਹੜੇ ਜਾਂ ਇਹਨਾਂ ਨੇ ਉਹਨੂੰ ਇੰਨਾ ਕੁ ਫੀਡ ਕੀਤਾ ਵੀ ਉਹ ਇਹਨਾਂ ਦੀ ਬੋਲੀ ਬੋਲਦਾ ਰਿਹਾ, ਉਹਨੇ ਐਡਾ ਵੱਡਾ ਪੇਸ਼ ਕੀਤਾ ਉਸ ਨੂੰ। ਤੇ ਉਹ ਤਾਂ ਗੁਜਰਾਤ ਮਾਡਲ ਦੀਆਂ ਤਾਂ ਫੂਕ ਬੜੇ ਜਿਹੜੇ ਨਿਰਪੱਖ ਪੱਤਰਕਾਰ ਉਹਨਾਂ ਨੇ ਵੀ ਕੱਢੀ। ਤੇ ਜਿਹੜਾ ਆਪਣਾ ਹੈਗਾ ਉੱਥੋਂ ਆਪਣਾ ਡਿਪਟੀ CM ਹੈ ਦਿੱਲੀ ਦਾ, ਹਾਂਜੀ ਹਾਂਜੀ, ਮਨੀਸ਼ ਸਿਸੋਦੀਆ, ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਸਾਰਾ ਕੁਝ ਦੱਸਿਆ ਵੀ ਗੁਜਰਾਤ ਮਾਡਲ ਅਸਲ 'ਚ ਹੈ ਕੀ ਹੈ। ਇਹਦੇ ਵਾਸਤੇ ਲੋਕਾਂ ਨੂੰ ਭਰਮਾਉਣ ਵਾਸਤੇ ਕਈ ਵਾਰੀ ਜਿਹੜੇ ਨੇ ਇਹੋ ਜਿਹੇ ਪ੍ਰਚਾਰ ਕੀਤੇ ਜਾਂਦੇ ਨੇ ਵੀ ਜਿਨ੍ਹਾਂ ਦੀ ਹਕੀਕਤ ਕੁਝ ਹੋਰ ਹੁੰਦੀ ਹੈ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਦੇ ਵਿੱਚ ਵੀ ਇਹ ਜਿਹੜੇ ਇਹ ਸੀਗਾ ਵੀ ਜਿਹੜਾ ਮੁੱਖ ਮੰਤਰੀ ਬਣਨ ਦੇ ਦੌਰਾਨ ਇਹ ਬੈਨੀਫਿਟ ਇਹ ਹੋਇਆ ਵੀ ਕਾਰਪੋਰੇਟ ਘਰਾਣਿਆਂ ਨਾਲ ਇਹਦੀ ਜ਼ਿਆਦਾ ਸਾਂਠ-ਗਾਂਠ ਹੋ ਗਈ। ਜਿਵੇਂ ਕਿ ਆਪਾਂ ਅੰਬਾਨੀ ਅਡਾਨੀ ਇਹਨਾਂ ਘਰਾਣਿਆਂ ਨੂੰ ਕਹਿ ਰਹੀ ਉਹਨਾਂ ਨਾਲ ਕਾਫੀ ਮਜ਼ਬੂਤ ਜਿਹੜਾ ਗੱਠਜੋੜ ਜਾ ਹੋ ਗਿਆ ਇਹਨਾਂ ਦਾ। ਤੇ ਉਹ ਇਸ ਤੋਂ ਮੋਦੀ ਨੇ ਫਾਇਦਾ ਉਠਾਇਆ ਤੇ ਉਹ ਪ੍ਰਧਾਨ ਮੰਤਰੀ ਜਿਹੜਾ ਬਣਨ ਦੇ ਵਿੱਚ ਬਣਾਉਣ ਦੇ ਵਿੱਚ ਠੀਕ ਹੈ ਇਹਨਾਂ ਕਾਰਪੋਰੇਟ ਘਰਾਣਿਆਂ ਦਾ ਵੀ ਹੱਥ ਹੈ। ਤੇ ਦੂਸਰਾ ਇਹ ਪ੍ਰਚਾਰ ਇੰਨਾ ਕੁ ਹੋਇਆ ਠੀਕ ਹੈ ਵੀ BJP ਜਿਹੜੀ ਹੈ ਉਹ ਆਪਣੇ ਆਪ ਹੀ ਬਿਨਾਂ ਕਿਸੇ ਸਪੋਰਟ ਦੇ ਉਹ ਸੱਤਾ ਵਿੱਚ ਆਈ। ਚਲੋ ਉਹ ਤਾਂ ਹੋਇਆ ਜੀ, ਜਿਵੇਂ ਚਲੋ ਕਿ ਲੋਕੀ ਵੀ ਚੈਨਲਾਂ ਨੇ ਇਹ ਗੱਲ ਕਹੀ ਵੀ ਗੁਜਰਾਤ ਮਾਡਲ ਬਣਾਤਾ ਜੀ, ਆਹ ਕਰਤਾ ਜੀ, ਉਹ ਕਰਤਾ ਜੀ, ਉਹ ਕਹਿ ਕੇ ਅੱਗੇ ਲੈ ਆਏ। ਪਰ ਜਿਹੜੇ ਹੁਣ BJP ਦੇ ਬੜੇ ਦਿਗਜ ਨੇਤਾ ਸੀਗੇ ਜਿਹੜੇ ਜਿਵੇਂ ਲਾਲ ਕ੍ਰਿਸ਼ਨ ਅਡਵਾਨੀ ਜੀ ਆਪਾਂ ਮੰਨ ਲੈਂਦੇ ਹਾਂ, ਰਾਜਨਾਥ ਜੀ ਮੰਨ ਲੈਂਦੇ ਹਾਂ, ਜਾਂ ਹੋਰ ਵੱਡੇ ਵੱਡੇ ਨੇਤਾ ਜਿਹੜੇ BJP ਦੇ ਆ, ਉਹਨਾਂ ਨੂੰ ਛੱਡ ਕੇ ਮੋਦੀ ਨੂੰ ਹੀ ਕਿਉਂ ਪ੍ਰਧਾਨ ਮੰਤਰੀ ਵਾਸਤੇ ਚੁਣਿਆ ਗਿਆ ਜੀ? ਦੇਖੋ, ਇੱਕ ਤਾਂ ਕਾਰਪੋਰੇਟ ਘਰਾਣਿਆਂ ਨਾਲ ਜਿਹੜਾ ਅਸਲ ਦੇ ਵਿੱਚ ਕਿਸੇ ਵੀ ਪਾਰਟੀ ਨੂੰ ਅੱਗੇ ਲਿਆਉਣ ਵਿੱਚ ਜਿਹੜਾ ਫੰਡ ਹੁੰਦਾ ਉਹ ਵੱਡੇ ਘਰਾਣੇ ਕਰਦੇ ਨੇ ਜਿਹੜੇ, ਕਿਉਂਕਿ ਇਹ ਪ੍ਰੈਸ਼ਰ ਗਰੁੱਪ ਹੁੰਦੇ ਨੇ। ਇਹ ਵੀ ਸਰਕਾਰਾਂ ਤੇ ਪਹਿਲਾਂ ਇਹ ਫੰਡਿੰਗ ਕਰਦੇ, ਬਾਅਦ 'ਚੋਂ ਆਪਦੀਆਂ ਉਸੇ ਤਰ੍ਹਾਂ ਪਾਲਿਸੀਆਂ ਵੀ ਬਣਵਾਉਂਦੇ ਜਿਹੜੀਆਂ ਆਪਦੀਆਂ ਫੇਵਰ 'ਚ। ਉਹਨਾਂ ਨੇ ਪੈਸਾ ਲਾਇਆ, ਉਹ ਉਹਨਾਂ ਨਾਲ ਵੱਡੇ ਘਰਾਣਿਆਂ ਨਾਲ ਗੱਠਜੋੜ ਇਹਦਾ ਸੀ, ਮੋਦੀ ਦਾ ਸੀ। ਤੇ ਦੂਜਾ ਇਹ ਸੀਗਾ ਵੀ ਇਹ BJP ਨੇ ਵੀ ਜਿਹੜਾ ਉਹ ਲੀਡਰ ਅੱਗੇ ਲਿਆਉਣਾ ਚਾਹਿਆ ਜਿਹੜਾ ਸਿੱਧਾ ਹਿੰਦੂਤਾ ਏਜੰਡੇ ਨੂੰ ਜਿਹੜਾ ਲਾਗੂ ਕਰਨ ਦੇ ਕਾਬਲ ਸੀ। ਠੀਕ ਹੈ ਜੀ। ਅਡਵਾਨੀ ਜਾਂ ਕਹਿ ਲਓ ਮੁਰਲੀ ਮਨੋਹਰ ਜੋਸ਼ੀ ਹੋ ਗਿਆ, ਰਾਜਨਾਥ ਸਿੰਘ ਹੋ ਗਿਆ, ਇਹਨਾਂ ਸਾਰਿਆਂ ਦਾ ਜਿਹੜਾ ਉਹ ਇਹਨਾਂ ਸਾਰਿਆਂ ਨੂੰ ਪਿੱਛੇ ਧੱਕ ਦਿੱਤਾ ਗਿਆ। ਉਹਨਾਂ ਨੂੰ ਨਾ ਤਾਂ ਇਹ ਸਾਰਾ ਕੁਝ ਇੱਕ ਫੰਡਾਂ ਦੀ ਵਜ੍ਹਾ ਕਰਕੇ ਕੀਤਾ ਗਿਆ ਕਿ ਜਿਹੜੇ ਫੰਡ ਨੇ ਉਹ ਮੋਦੀ ਕ੍ਰੀਏਟ ਕਰ ਸਕਦਾ ਤੇ ਇਹਨਾਂ ਨੂੰ ਇਕੱਲਾ ਫੰਡ ਨਹੀਂ ਸੀ, ਅੰਦਰੋਂ ਰਿਪੋਰਟਾਂ ਹੁੰਦੀਆਂ ਨੇ, ਪਾਰਟੀ ਦੀਆਂ ਵੀ ਹੁੰਦੀਆਂ, ਉਹਦਾ ਕੇਡਰ ਵੀ ਦੱਸਦਾ। ਬਹੁ ਗਿਣਤੀ ਜਿਹੜੀ ਸੀ ਉਹ ਮੋਦੀ ਨੂੰ ਜਦੋਂ ਇਹ ਪਹਿਲੀ ਵਾਰੀ ਪ੍ਰਧਾਨ ਮੰਤਰੀ ਬਣਿਆ ਉਦੋਂ ਉਹ ਬਹੁ ਗਿਣਤੀ ਦੇ ਕਾਰਨ ਹੀ ਆਇਆ, ਕਿਉਂਕਿ ਬਹੁ ਗਿਣਤੀ ਦਾ ਜਿਹੜਾ ਸਾਥ ਸੀ ਉਹ ਮੋਦੀ ਨੂੰ ਮਿਲਿਆ। ਤੇ ਲੋਕਾਂ ਦੀਆਂ ਇਹ ਹੈਗੀਆਂ ਵੀ ਸੀਗੀਆਂ ਵੀ ਮੋਦੀ ਆਏਗਾ ਤੇ ਉਹ ਪਤਾ ਨਹੀਂ ਕੀ ਕਰ ਦੇਗਾ। ਠੀਕ ਹੈ। ਤੇ ਉਹ ਫਿਰ ਜਦੋਂ ਮੋਦੀ ਹਕੂਮਤ ਆਈ ਉਸ ਤੋਂ ਬਾਅਦ ਦਾ ਫਿਰ ਤੁਹਾਨੂੰ ਪਤਾ ਹੀ ਹੈ। ਉਹ ਤਾਂ ਪਤਾ ਹੀ ਹੈ ਜੀ। ਚਲੋ ਜਦੋਂ ਇਹ ਪ੍ਰਧਾਨ ਮੰਤਰੀ ਬਣ ਗਏ ਜੀ, ਉਸ ਤੋਂ ਬਾਅਦ ਜਿਹੜੇ ਵੀ ਇਹਨਾਂ ਨੇ ਕੰਮ ਕੀਤੇ ਆਪਣੇ ਭਾਰਤ ਦੇ ਵਿੱਚ, ਇਹਨਾਂ ਵਿੱਚੋਂ ਕਿਹੜੇ ਇਹੋ ਜਿਹੇ ਕੰਮ ਨੇ ਜੀ ਜਿਨ੍ਹਾਂ ਬਾਰੇ ਤੁਸੀਂ ਸਾਨੂੰ ਦੱਸੋ ਵਿਸਥਾਰ 'ਚ ਵੀ ਲੋਕਾਂ ਨੇ ਪੱਖ 'ਚ ਨਹੀਂ ਰਹੇ ਤੇ ਕਾਰਪੋਰੇਟ ਘਰਾਣਿਆਂ ਦੇ ਹੀ ਪੱਖ 'ਚ ਰਹੇ ਨੇ? ਵੇਖੋ, ਪਹਿਲਾਂ ਨੋਟਬੰਦੀ ਕੀਤੀ, ਉਹਦਾ ਬੜਾ ਪ੍ਰਚਾਰ ਕੀਤਾ ਗਿਆ। ਹਾਂਜੀ, ਇਹ ਬੜੀ ਫਾਇਦੇਮੰਦ ਹੈ, ਇਹ ਹੈ ਉਹ ਹੈ, ਪਰ ਉਹ ਤੁਹਾਡੇ ਸਾਹਮਣੇ ਉਹਦਾ ਰਿਜ਼ਲਟ ਹੈ, ਉਹਦਾ ਇੱਕ ਪੈਸੇ ਦਾ ਵੀ ਫਾਇਦਾ ਨਹੀਂ ਹੋਇਆ। ਬਿਲਕੁਲ ਜੀ। ਉਸ ਤੋਂ ਬਾਅਦ ਇਹਨਾਂ ਨੇ NRC ਲਿਆਂਦਾ, ਸਿਟੀਜ਼ਨਸ਼ਿਪ ਬਿੱਲ ਲਿਆਂਦਾ, ਉਹਦਾ ਬੜਾ ਵਿਰੋਧ ਹੋਇਆ। ਉਹਦਾ ਬਹੁਤ ਜ਼ਿਆਦਾ ਵਿਰੋਧ ਕੀਤਾ, ਬਹੁਤ ਵਿਰੋਧ ਹੋਇਆ, ਇੰਟਰਨੈਸ਼ਨਲ ਲੈਵਲ 'ਤੇ ਵੀ ਹੋਇਆ। ਪਰ ਉਹ ਵਿਰੋਧ ਨੂੰ ਸਿਰਫ ਕੁਝ ਕੁ ਇੱਕ ਦੋ ਚੈਨਲਾਂ ਨੇ ਕਵਰ ਕੀਤਾ, ਬਾਕੀ ਸਾਰਾ ਉਹਦੀ ਫੇਵਰ ਦੇ ਵਿੱਚ ਇਹਨੂੰ ਜਿਹੜਾ ਇਹ ਵਿਰੋਧ ਹੋ ਰਿਹਾ ਸੀ ਇਹਨੂੰ ਕੋਈ ਹੋਰ ਹੀ ਰੂਪ ਦੇ ਦਿੱਤਾ, ਜਿਹੜਾ ਕਿ ਆਮ ਦਿੰਦੇ ਆ। ਉਹ ਤੌਰ 'ਤੇ ਰਾਸ਼ਟਰਵਾਦ ਦੇ ਨਾਂ 'ਤੇ ਉਹਨੂੰ ਕਿਸੇ ਹੋਰ ਪਾਸੇ ਲਿਜਾਇਆ ਗਿਆ। ਠੀਕ ਹੈ, ਉਹ ਹੋਇਆ। ਉਸ ਤੋਂ ਬਾਅਦ ਇਹਨੇ ਲਿਆਂਦਾ ਆਪਣਾ ਨਾਂ ਕੀ ਲੈਂਦੇ ਆ, ਇੱਥੇ ਧਾਰਾ 370 ਵਾਲਾ ਹੋ ਗਿਆ ਜੰਮੂ ਕਸ਼ਮੀਰ। ਹੁਣ ਵੇਖੋ, ਜਦੋਂ ਇਹ ਆਪ ਮੁੱਖ ਮੰਤਰੀ ਸੀ ਇਹ ਫੈਡਰਲ ਢਾਂਚੇ ਦੀ ਆਪ ਡਿਮਾਂਡ ਕਰਦਾ ਸੀ। ਠੀਕ ਹੈ ਜੀ। ਜਦੋਂ ਮੋਦੀ ਆਪ ਮੁੱਖ ਮੰਤਰੀ ਸੀ ਇਹ ਫੈਡਰਲ ਢਾਂਚੇ ਦੀ ਗੱਲ ਕਰਦਾ ਸੀ। ਠੀਕ ਹੈ, ਵੀ ਸੂਬਿਆਂ ਨੂੰ ਵੱਧ ਅਧਿਕਾਰ ਮਿਲਣ। ਠੀਕ ਹੈ ਜੀ। ਇੱਕ ਪਾਸੇ ਇੱਕ ਵਾਰੀ ਜਿਹੜੀ ਪੰਜਾਬ ਦੇ ਵਿੱਚ ਵੀ ਜਿਹੜੀ ਲਹਿਰ ਚੱਲੀ ਸੀ ਉਹਦੇ ਵਿੱਚ ਵੀ ਫੈਡਰਲ ਢਾਂਚੇ ਦੀ ਡਿਮਾਂਡ ਸੀਗੀ ਕਿ ਸੂਬਿਆਂ ਨੂੰ ਵੱਧ ਅਧਿਕਾਰ ਦਿੱਤੇ ਜਾਣ। ਠੀਕ ਹੈ ਜੀ।
ਅਕਾਲੀ ਦਲ ਦਾ ਵੀ ਇਹ ਏਜੰਡਾ ਰਿਹਾ ਸੀ। ਅਕਾਲੀ ਦਲ ਆ ਜਿਹੜਾ ਉਹਦਾ ਏਜੰਡਾ ਰਿਹਾ ਸੀ ਵੀ ਵੱਧ ਅਧਿਕਾਰਾਂ ਦਾ। ਠੀਕ ਹੈ ਜੀ। ਬੜੇ ਦੇਸ਼ ਦੇ ਵਿੱਚ ਸਟੇਟਾਂ ਸੀ ਜਿਹੜੀਆਂ ਵੱਧ ਅਧਿਕਾਰਾਂ ਦੀ ਡਿਮਾਂਡ ਕਰਦੀਆਂ ਸੀ। ਜਿਵੇਂ ਤੁਸੀਂ ਪਰ ਇਹ ਜਿਹੜਾ 370 ਹਟਾਉਣਾ, ਹਾਂਜੀ, ਇਹ ਸੂਬਿਆਂ ਦੇ ਅਧਿਕਾਰਾਂ ਦਾ ਜਿਹੜਾ ਉਹ ਗਲਾ ਘੁੱਟਣ ਵਾਲੀ ਗੱਲ ਹੀ ਹੈ। ਬਿਲਕੁਲ। ਤੇ 370 ਕਰਕੇ ਤੁਸੀਂ ਇੱਕ ਯੂਨੀਅਨ ਟੈਰੀਟਰੀ ਬਣਾ ਦੇਣਾ ਕਸ਼ਮੀਰ ਨੂੰ, ਬਿਲਕੁਲ, ਲਦਾਖ ਅਲੱਗ ਕਰ ਦੇਣਾ, ਤੇ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਅਸੀਂ ਕਹਿੰਦੇ ਉਹ ਕਸ਼ਮੀਰ ਸਾਡਾ, ਹਾਂਜੀ, ਸਾਡੇ ਸਾਡੇ ਦੇਸ਼ ਦਾ ਹਿੱਸਾ, ਤੇ ਉਹਨਾਂ ਲੋਕਾਂ ਨੂੰ ਐਂ ਲੱਗ ਥਲੱਗ ਕਰ ਦੇਣਾ, ਇੰਟਰਨੈਟ ਸੇਵਾਵਾਂ ਵੀ ਬੰਦ ਕਰ ਦੇਣੀਆਂ। ਇਹ ਕਿਹੋ ਜਿਹੀ ਇੱਕ ਜੁਟਤਾ ਹੈ ਵੀ ਜਿਹੜੀ ਜਿਹੜੇ ਆਜ਼ਾਦ ਖਿਆਲ ਲੋਕ ਨੇ, ਜਿਹੜੇ ਲੋਕਤੰਤਰ ਦੇ ਹਮਾਇਤੀ ਨੇ, ਜਿਹੜੇ ਇਹ ਮਾਡਲ ਬਾਹਰਲੀਆਂ ਕੰਟਰੀਆਂ ਹੀ ਵੇਖਦੇ ਆ, ਜਿੱਥੇ ਉੱਥੋਂ ਦੇ ਪ੍ਰਧਾਨ ਮੰਤਰੀ ਨੂੰ ਵੀ ਕੁਝ ਕਹਿ ਦਿੰਦੇ ਲੋਕ, ਉੱਥੇ ਐਜੀਟੇਸ਼ਨਾਂ ਵੀ ਹੁੰਦੀਆਂ ਤੇ ਉਹਦੇ ਤੇ ਕੋਈ ਰੋਕ ਨਹੀਂ। ਠੀਕ ਹੈ ਜੀ। ਪਰ ਇੱਥੇ ਉਹ ਲੋਕਤੰਤਰ ਦਾ ਇੱਕ ਹਿਸਾਬ ਨਾਲ ਗਲਾ ਘੁੱਟਿਆ ਗਿਆ, ਉਹਦਾ ਵੀ ਵਿਰੋਧ ਹੋਇਆ, ਚਾਹੇ ਉਹ ਕਿਸੇ ਵੀ ਰੂਪ 'ਚ ਹੋਇਆ। ਬਿਲਕੁਲ। ਹਾਲੇ ਵੀ ਉਹ ਲੋਕ ਜਿਹੜੇ ਨੇ ਉਹ ਅੰਦਰ ਬੈਠੇ ਨੇ, ਜੰਮੂ ਕਸ਼ਮੀਰ 'ਚ ਜਿਹੜੇ ਹਜੇ ਵੀ ਲੋਕ ਨੇ ਉਹ ਅੰਦਰਾਂ 'ਚ ਬੈਠੇ ਨੇ, ਅੰਦਰਾਂ 'ਚ ਹੀ ਬੈਠੇ ਨੇ, ਉਹਨਾਂ ਦੀ ਆਵਾਜ਼ ਜਿਹੜੀ ਦਬਾਈ ਗਈ ਹੈ। ਠੀਕ ਹੈ ਜੀ। ਉਸ ਤੋਂ ਬਾਅਦ ਇਹਨਾਂ ਨੇ ਰਾਮ ਮੰਦਰ ਵਾਲਾ ਕੀਤਾ, ਜਿਹੜਾ ਉਹ ਤਾਂ ਚਲੋ ਇਹਨਾਂ ਦਾ ਸ਼ੁਰੂ ਤੋਂ ਸੀਗਾ, ਇਹਨਾਂ ਨੇ ਕਰਨਾ ਹੀ ਸੀ। ਉਹ ਮੰਦਰ ਜਿਹੜਾ ਬਣਾਇਆ ਇਹਨਾਂ ਨੇ, ਉਹ ਵੀ ਜਿਸ ਨੂੰ ਇਹ ਯੋਧਿਆਂ ਨੂੰ ਮੰਨਦੇ ਵੀ ਉੱਥੇ ਰਾਮ ਚੰਦਰ ਜੀ ਦਾ ਸੀ, ਤੇ ਬਾਬਰ ਨੇ ਉਹ ਢਾਈ ਸੀ। ਠੀਕ ਹੈ ਜੀ। ਜਿਹੜਾ ਮੰਦਰ ਢਾਹ ਕੇ ਉੱਥੇ ਮਸਜਿਦ ਬਣਾਈ ਸੀ, ਉਹ ਵੀ ਇਹਨਾਂ ਨੇ ਜਿਹੜੇ ਬਣਾ ਦਿੱਤਾ। ਠੀਕ ਹੈ ਜੀ। ਉਹਦੇ ਨਾਲ, ਇਹਨਾਂ ਕੰਮਾਂ ਦੇ ਨਾਲ ਦੇਸ਼ ਨੂੰ ਕੀ ਫਾਇਦਾ ਆ, ਇਹ ਪੜਚੋਲ ਕਰਨ ਦੀ ਲੋੜ ਹੈ। ਬਿਲਕੁਲ ਜੀ। ਵੀ ਆਮ ਲੋਕਾਂ ਨੂੰ ਕੀ ਫਾਇਦਾ ਆ। ਇਹਨਾਂ ਨੇ ਰੇਲਵੇ ਵੇਚਤੀ, ਇਹਨਾਂ ਨੇ ਏਅਰਪੋਰਟ ਵੇਚਤੇ, ਪਲੇਟਫਾਰਮ ਵੇਚਤੇ, ਇਹਨਾਂ ਨੇ ਵੱਡੀਆਂ ਜਿਹੜੀਆਂ ਫਾਇਦੇਮੰਦ ਜੇ ਕੋਲ ਇੰਡੀਆ ਵਰਗੀਆਂ ਜਿਹੜੀਆਂ ਕੰਪਨੀਆਂ, ਜਿਹੜਾ ਸਰਕਾਰ ਨੂੰ ਜਿਹਦੇ ਤੋਂ ਫਾਇਦਾ ਸੀ, ਉਹ ਵੇਚਤੀਆਂ। ਠੀਕ ਹੈ ਜੀ। ਤੇਲ ਰਿਫਾਈਨਰੀ ਦਾ ਸਾਰਾ ਜਿਹੜਾ ਉਹ ਅੰਬਾਨੀਆਂ ਨੂੰ ਦੇ ਦਿੱਤਾ। ਠੀਕ ਹੈ ਜੀ। ਤੇ ਤੁਸੀਂ ਇਹ ਵੇਖੋ ਵੀ ਇਹ ਚੀਜ਼ਾਂ ਨਾਲ ਦੇਸ਼ ਨੂੰ ਤਾਂ ਕੋਈ ਫਾਇਦਾ ਨਹੀਂ ਹੋਇਆ, ਦੇਸ਼ ਦਾ ਲੋਕਾਂ ਦਾ ਨੁਕਸਾਨ ਹੋਇਆ। ਰੇਲਵੇ 'ਚ ਹਰ ਸਾਲ ਕਿੰਨੀ ਭਰਤੀ ਹੁੰਦੀ ਸੀ। ਬਿਲਕੁਲ ਜੀ। ਥੱਲੇ ਤੋਂ ਲੈ ਕੇ ਉੱਪਰ ਤੱਕ ਵੀ ਹਰ ਸਾਲ ਇੰਨੀ ਭਰਤੀ ਨਿਕਲਦੀ ਸੀ। ਬੱਚੇ ਹਰ ਇੱਕ ਸਟੇਟ ਦੇ ਟੈਸਟ ਦੇਣ ਜਾਂਦੇ ਸੀ। ਉਹ ਅਨਐਮਪਲਾਇਮੈਂਟ ਘੱਟ ਕਰਦੀ ਸੀ। ਉਹ ਤੁਸੀਂ ਐਡਾ ਵੱਡਾ ਅਦਾਰਾ ਵੇਚਤਾ, ਤੁਸੀਂ ਪਲੇਟਫਾਰਮ ਵੇਚਤੇ ਜਿੱਥੋਂ ਸਰਕਾਰ ਨੂੰ ਫਾਇਦਾ ਸੀ। ਇਸ ਹਿਸਾਬ ਨਾਲ ਤਾਂ ਫਿਰ ਜਿਹੜੀ ਮੋਦੀ ਸਰਕਾਰ ਹੈ ਜੀ, ਇਹਨੇ ਇੰਨਾ ਕੁਝ ਵੇਚਤਾ ਤੇ ਕਿਸੇ ਵੀ ਚੈਨਲ ਨੇ ਕੁਝ ਵੀ ਕਿਸੇ ਤਰ੍ਹਾਂ ਦਾ ਕੋਈ ਲੋਕਾਂ ਦੇ ਵਿੱਚ ਨਹੀਂ ਲਿਆਂਦਾ ਵੀ ਆਹ ਚੀਜ਼ਾਂ ਜਿਹੜੀਆਂ ਵੇਚ ਚੁੱਕੀਆਂ ਨੇ ਜਾਂ ਕੁਝ। ਜਿਹੜੇ ਤਾਂ ਨੈਸ਼ਨਲ ਚੈਨਲ ਨੇ ਉਹਨਾਂ 'ਚ ਇੱਕ ਅੱਧਾ ਚੈਨਲ ਹੈਗਾ ਜਿਹੜਾ ਇਸ ਚੀਜ਼ ਨੂੰ ਅੱਗੇ ਲਿਆਉਂਦਾ। ਬਾਕੀ ਰੀਜਨਲ ਚੈਨਲ ਹੈਗੇ ਨੇ ਜਿਹੜੇ, ਉਹਨਾਂ 'ਚ ਜਾਂ ਜਿਹੜੇ ਵੈੱਬ ਚੈਨਲ ਹੈ ਉਹਨਾਂ 'ਚ ਤਾਂ ਇਹਦਾ ਪ੍ਰਚਾਰ ਹੁੰਦਾ ਹੀ ਹੈ ਵੀ ਆਹ ਗਲਤ ਹੋ ਰਿਹਾ। ਬਿਲਕੁਲ। ਤੇ ਹੁਣ ਜਿਵੇਂ ਕਹਿ ਲਓ ਵੀ ਹੁਣ ਦਬੀ ਆਵਾਜ਼ ਦੇ ਵਿੱਚ ਕਈ ਚੈਨਲ ਬੋਲਣ ਵੀ ਲੱਗ ਪਏ ਨੇ। ਠੀਕ ਹੈ। ਕਿਉਂਕਿ ਇਹਦਾ ਰਿਜ਼ਲਟ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਉਹ ਦਿਸ ਰਿਹਾ ਵੀ ਜਦੋਂ ਆਪਦੇ ਜਿਹੜੇ ਸਰਕਾਰ ਨੂੰ ਫਾਇਦਾ ਦਿੰਦੇ ਅਦਾਰੇ ਨੇ, ਤੁਸੀਂ ਜਦੋਂ ਉਹ ਵੇਚਣੇ ਸ਼ੁਰੂ ਕਰ ਦੋਗੇ ਤੇ ਉਹ ਮੁਲਕ ਕਿਵੇਂ ਤਰੱਕੀ ਕਰੂਗਾ। ਬਿਲਕੁਲ। ਫਿਰ ਜਦੋਂ ਰੇਲ ਇਹਨਾਂ ਨੇ ਵੇਚੀ ਏ, ਕਈ ਕੰਟਰੀਆਂ ਨੇ ਇਹਨਾਂ ਨੂੰ ਕਿਹਾ ਵੀ ਏ ਵੀ ਅਸੀਂ ਇਹ ਤਜਰਬਾ ਕੀਤਾ ਤੇ ਸਾਡੇ ਫੇਲ ਹੋ ਗਿਆ, ਅਸੀਂ ਦੁਬਾਰਾ ਜਿਹੜਾ ਉਹ ਸਰਕਾਰੀ ਹੱਥਾਂ 'ਚ ਲੈ ਰਹੇ ਇਹ ਚੀਜ਼ਾਂ। ਠੀਕ ਹੈ ਜੀ। ਤੇ ਇਹਨਾਂ ਨੇ ਉਹਦੇ 'ਤੇ ਵੀ ਨਹੀਂ ਸੋਚ ਕੀਤੀ। ਗੱਲ ਉਹੀ ਆ ਵੀ ਜਿਨ੍ਹਾਂ ਕਾਰਪੋਰੇਟ ਘਰਾਣਿਆਂ ਨੇ ਇਹਨਾਂ ਨੂੰ ਫਾਇਦਾ ਦਿੱਤਾ, ਉਹ ਫਿਰ ਉਹ ਹੋਣੇ ਉਹਨਾਂ ਦੇ ਪੱਖ ਤਾਂ ਇਹਨਾਂ ਨੇ ਪੂਰਨੇ ਹੀ ਨੇ। ਵੇਖੋ ਜੀ, ਪਤਾ ਨਹੀਂ ਕੀ ਇਹਨਾਂ ਦੇ ਦਿਮਾਗ 'ਚ ਚੱਲ ਰਿਹਾ, ਜਾਂ ਮੋਦੀ ਦੇ ਆਸ-ਪਾਸ ਸਲਾਹ ਦੇਣ ਵਾਲੇ ਬੰਦੇ ਇਹੋ ਜਿਹੇ ਕਿਹੜੇ ਬੈਠੇ ਹੋਏ ਨੇ ਕਿ ਜਿਹੜੇ ਇਹਨਾਂ ਨੂੰ ਇਹ ਗੱਲਾਂ ਬਾਰੇ ਨਹੀਂ ਦੱਸਦੇ ਵੀ ਇਹ ਜਿਹੜੇ ਵੀ ਉੱਥੇ ਮਾਡਲ ਫੇਲ ਹੋ ਚੁੱਕੇ ਨੇ, ਉਹਨਾਂ ਸਾਰੇ ਮਾਡਲਾਂ ਨੂੰ ਚੱਕ ਕੇ ਹਿੰਦੁਸਤਾਨ ਦੀ ਜਨਤਾ ਤੇ ਇਹ ਥੋਪ ਹੀ ਰਿਹਾ ਜੀ। ਮੈਂ ਤਾਂ ਇਸ ਗੱਲ ਨੂੰ ਇਹ ਮੰਨ ਸਕਦਾ ਕਿ ਇਹ ਥੋਪ ਰਹੇ ਨੇ। ਤੇ ਤੁਹਾਡਾ ਕੀ ਵਿਚਾਰ ਹੈ ਇਹ ਗੱਲਾਂ ਦੇ ਵੀ ਇਹ ਥੋਪ ਰਹੇ ਨੇ ਜਾਂ ਇਹ ਕਿਸੇ ਦੀ ਸਲਾਹ ਨਾਲ ਕਰ ਰਹੇ ਨੇ? ਥੋਪਣਾ ਹੀ ਹੋ ਗਿਆ ਜੀ। ਦੇਖੋ ਗੱਲ ਇਹ ਵੀ ਅਗਲੇ ਨੇ ਜਿਨ੍ਹਾਂ ਨੇ ਇਹਨਾਂ ਨੂੰ ਬੀਜੇਪੀ ਨੂੰ ਇੱਥੋਂ ਤੱਕ ਪਹੁੰਚਾਇਆ ਜਾਂ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਇਆ, ਉਹਨਾਂ ਲੋਕਾਂ ਦਾ ਇਹਨਾਂ ਨੇ ਪੱਖ ਪੂਰਨਾ ਹੀ ਆ। ਠੀਕ ਹੈ ਜੀ। ਕਿਉਂਕਿ
ਇਹ ਇੱਕ ਅਗਲਿਆਂ ਨੇ ਪ੍ਰੈਸ਼ਰ ਗਰੁੱਪ ਬਣ ਗਏ। ਉਹ ਅੱਗੇ ਹੁੰਦਾ ਸੀ ਮੀਡੀਆ, ਜਿਹੜਾ ਮੀਡੀਆ ਨਿਰਪੱਖ ਮੀਡੀਆ ਦਾ ਮਤਲਬ ਹੈ ਵੀ ਉਹ ਪ੍ਰੈਸ਼ਰ ਬਣਾਵੇ ਸਰਕਾਰ ਤੇ ਸਰਕਾਰ ਦੀਆਂ ਪਾਲਿਸੀਆਂ ਨੂੰ ਪ੍ਰਭਾਵਿਤ ਕਰੇ। ਠੀਕ ਹੈ ਜੀ। ਤੇ ਸਰਕਾਰ ਤੇ ਇੰਨਾ ਕੁ ਪ੍ਰੈਸ਼ਰ ਬਣਾਵੇ ਵੀ ਉਹ ਜੇ ਕੋਈ ਉਹਦੇ ਕੋਲ ਗਲਤੀ ਹੋਈ ਹੈ ਤੇ ਉਹ ਆਪਦਾ ਬੈਕਫੁੱਟ ਤੇ ਜਾਵੇ। ਠੀਕ ਹੈ। ਹੁਣ ਕੀ ਹੈ ਵੀ ਜਿਹੜਾ ਮੀਡੀਆ ਜਿਹੜਾ ਆਪਾਂ ਟੀਵੀ ਦੇ ਥਰੂ ਵੇਖਦੇ ਆ, ਜਿਵੇਂ ਗੋਦੀ ਮੀਡੀਆ ਆਪਾਂ ਕਹਿੰਦੇ ਹਾਂ, ਉਹ ਤਾਂ ਇਹ ਝੂਠ ਸੱਚ ਇਹਦੇ ਹੱਕ 'ਚ ਬਣਾਈ ਜਾਂਦਾ। ਬਿਲਕੁਲ। ਤੇ ਉਹ ਉਸ ਕਰਕੇ ਉਹ ਦੂਜੇ ਦੀ ਤਾਂ ਆਵਾਜ਼ ਹੀ ਨਹੀਂ ਵਿਖਾਉਂਦਾ ਪਿਆ, ਸੱਚ ਨਹੀਂ ਵਿਖਾਉਂਦਾ ਪਿਆ। ਗੱਲ ਇਹ ਹੈ ਵੀ ਇਹ ਪਤਾ ਨਹੀਂ ਕੀ ਸੋਚਦੇ ਵੀ ਇਹ ਮੀਡੀਆ ਵਾਲੇ, ਵੀ ਕੋਈ ਟਾਈਮ ਇਹੋ ਜਿਹਾ ਵੀ ਆਊਗਾ ਜਦੋਂ ਇਹ ਆਪਦੀਆਂ ਇਹ ਆਦਤਾਂ ਨਾ ਛੱਡਣਗੇ ਤੇ ਇਹਨਾਂ ਦਾ ਵਜੂਦ ਵੀ ਖਤਮ ਹੋ ਜਾਣਾ। ਜਿਹੜੇ ਮੀਡੀਆ ਚੈਨਲ ਨੇ ਕਿੰਨੀ ਕੁ ਦੇਰ ਤੱਕ ਲੋਕ ਜਿਹੜੇ ਆ ਉਹ ਮੂਰਖ ਬਣੀ ਜਾਣਗੇ। ਬਿਲਕੁਲ ਜੀ ਬਿਲਕੁਲ। ਕਿਸੇ ਦਿਨ ਲੋਕਾਂ ਸਾਹਮਣੇ ਸੱਚ ਤਾਂ ਆਉਣਾ ਹੀ ਆ। ਹੁਣ ਤੁਸੀਂ ਵੇਖੋ ਕਿਸਾਨ ਅੰਦੋਲਨ ਹਾਂਜੀ ਚੱਲਿਆ ਤੇ ਪੰਜਾਬ 2 ਮਹੀਨੇ ਬੈਠਾ ਰਿਹਾ। ਬਿਲਕੁਲ ਬੈਠਾ ਰਿਹਾ। ਕਿਸੇ ਨੈਸ਼ਨਲ ਚੈਨਲ ਨੇ ਨਹੀਂ ਕਵਰ ਕੀਤਾ। ਬਿਲਕੁਲ ਜੀ। ਅੱਛਾ, ਉਹ ਕਵਰ ਤਾਂ ਕੀ ਕਰਨਾ ਸੀ, ਊਟ ਪਟਾਂਗ, ਇਹ ਜੀ ਨਕਸਲੀ ਨੇ, ਇਹ ਅੱਤਵਾਦੀ ਨੇ, ਇਹ ਖਾਲਿਸਤਾਨੀ ਨੇ, ਮਤਲਬ ਕਿ ਇਹੋ ਜਿਹਾ ਉਹਨਾਂ ਨੂੰ ਪੋਰਟਰੇਟ ਕੀਤਾ ਉੱਥੇ। ਤੇ ਆਖਰ ਜਦੋਂ ਉਹ ਕਾਫਲਾ ਦਿੱਲੀ ਦੇ ਨੇੜੇ ਆ ਕੇ ਬਹਿ ਗਿਆ, ਹਾਂਜੀ, ਸਾਰਾ ਆਪਾਂ ਉਹਨੂੰ ਡਿਸਕਸ ਨਾ ਕਰੀਏ ਵੀ ਖੱਟੜ ਸਰਕਾਰ ਨੇ ਕੀ ਕੀਤਾ ਕੀ ਨਹੀਂ ਕੀਤਾ, ਉਹ ਸਾਰਾ ਹੁਣ ਹੌਲੀ ਹੌਲੀ ਇਹਨਾਂ ਦੀ ਸੁਰ ਵੀ ਬਦਲਦੀ ਜਾਂਦੀ, ਕਿਉਂਕਿ ਇਹਨਾਂ ਨੂੰ ਪਤਾ ਲੱਗਾ ਸਾਡੇ ਥੱਲੋਂ ਤਾਂ ਜ਼ਮੀਨ ਨਿਕਲਦੀ ਜਾਂਦੀ। ਬਿਲਕੁਲ ਜੀ। ਲੋਕਾਂ ਨੇ ਇਹਨਾਂ ਨੂੰ ਧੱਕੇ ਮਾਰ ਕੇ ਇਹਨਾਂ ਦੇ ਰਿਪੋਰਟਰਾਂ ਨੂੰ ਬਾਹਰ ਕੱਢਿਆ। ਬਿਲਕੁਲ ਜੀ। ਕਿਸੇ ਨੂੰ ਉੱਥੇ ਬਾਈਟ ਨਹੀਂ ਦਿੱਤੀ। ਹਾਂਜੀ। ਮੂੰਹ ਦੇ ਉੱਤੇ ਬੇਇੱਜ਼ਤੀ ਕੀਤੀ ਵੀ ਤੁਸੀਂ ਸਾਨੂੰ ਕਿਹੋ ਜਿਹੇ ਲਕਬ ਦੇ ਰਹੇ ਹੋ। ਬਿਲਕੁਲ। ਤੇ ਇਸ ਕਰਕੇ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਹੈ, ਐਡਾ ਅੜੀ ਜਿਹੜੀ ਹੈ ਆਪਦੇ ਲੋਕਾਂ ਨਾਲ ਨਹੀਂ ਕਰਨੀ ਚਾਹੀਦੀ। ਬਿਲਕੁਲ ਜੀ ਬਿਲਕੁਲ। ਹੁਣ ਇਕੱਲਾ ਕਿਸਾਨ ਨਹੀਂ, ਹਰ ਵਰਗ, ਉੱਥੇ ਵਕੀਲ ਵੀ ਨੇ, ਉੱਥੇ ਡਾਕਟਰ ਵੀ ਨੇ, ਹਰ ਇੱਕ ਪ੍ਰੋਫੈਸ਼ਨ ਦਾ ਬੰਦਾ, ਉੱਥੇ ਮਜ਼ਦੂਰ ਵੀ ਨੇ, ਉੱਥੇ ਦੁਕਾਨਦਾਰ ਵੀ ਜੁੜਨੇ ਸ਼ੁਰੂ ਹੋ ਗਏ। ਲੋਕਾਂ ਨੇ ਦੇਖਿਆ ਵੀ ਜਿਹੜਾ ਪੰਜਾਬ ਉਹ ਦੂਰ ਤੋਂ ਵੇਖਦੇ ਸੀ ਲੋਕ, ਹਾਂਜੀ, ਉਹ ਲੋਕਾਂ ਨੇ ਜਦੋਂ ਨੇੜਿਓਂ ਵੇਖਿਆ, ਉਹਨਾਂ ਨੇ ਇਹਨਾਂ ਦਾ ਸੁਭਾਅ, ਰਹਿਣ ਸਹਿਣ, ਲੋਕਾਂ ਨਾਲ ਇਹ ਕਿਵੇਂ ਬੋਲਦੇ ਨੇ, ਉਹ ਸਾਰਾ ਜਿਹੜਾ ਉਹਨਾਂ ਨੇ ਵੇਖਿਆ, ਇਹਨਾਂ ਦਾ ਕਲਚਰ ਵੇਖਿਆ, ਇਹ ਕਿੰਨਾਂ 'ਚ ਸੇਵਾ ਭਾਵਨਾ ਉਹ ਵੇਖੀ, ਨੇੜਿਓਂ ਵੇਖਿਆ ਉਹਨਾਂ ਨੂੰ, ਅਤੇ ਉਹ ਲੋਕ ਹੀ ਅੱਜ ਇਹਨਾਂ ਦੀ ਤਾਰੀਫ ਕਰਦੇ ਪਏ, ਕਿਸੇ ਨੂੰ ਕਹਿਣ ਦੀ ਲੋੜ ਹੀ ਨਹੀਂ ਪੈ ਰਹੀ। ਬਿਲਕੁਲ ਜੀ। ਅਤੇ ਇਸ ਕਰਕੇ ਇਹ ਜਿਹੜਾ ਮੋਦੀ ਹੈ, ਮੋਦੀ ਦਾ ਭਾਰ ਹੋਇਆ, ਜਾਂ ਆਪਾਂ ਇਹਨੂੰ ਕਹਿੰਦੇ, ਇਹ ਇੱਕ ਲੋਕਾਂ ਦੇ ਵਿੱਚ ਆ ਕੇ ਜਿਹੜੀ ਗਲਤ ਪ੍ਰਚਾਰ ਕੀਤਾ ਮੀਡੀਆ ਨੇ, ਅਤੇ ਜਾਂ ਕਹਿ ਲਓ ਦੂਸਰਾ ਹੈ ਵੀ ਕੁਝ ਇੱਕ ਵਰਗ ਜਿਹੜਾ ਇਹਦੇ ਨਾਲ ਜੁੜ ਗਿਆ, ਕੋਈ ਧਾਰਮਿਕ ਭਾਵਨਾ ਕਰਕੇ ਵੀ ਜੁੜ ਗਿਆ। ਹਾਲਾਂਕਿ ਹੁਣ ਉਹਦੇ ਵਿੱਚ ਵੀ ਇਹ ਸੋਚ ਉੱਭਰ ਰਹੀ ਹੈ ਵੀ ਇਹ ਜਿਹੜਾ ਅਸੀਂ ਇਹੋ ਜਿਹੀਆਂ ਜਿਹੜੀਆਂ ਸਰਕਾਰਾਂ ਵੀ ਉਹ ਗਲਤ ਚਾਹੁੰਦੇ ਆ। ਠੀਕ ਹੈ ਜੀ। ਕਮਲਦੀਪ ਜੀ, ਇੱਕ ਸਾਨੂੰ ਇਹਦੇ ਬਾਰੇ ਜਾਣਕਾਰੀ ਦਿਓ ਵੀ ਜਿਹੜਾ ਭਾਰਤ ਦਾ ਇੰਨਾ ਪੈਸਾ ਟੈਕਸ ਲੋਕਾਂ ਦਾ ਇਕੱਠਾ ਕੀਤਾ ਹੋਇਆ ਅਤੇ ਬੈਂਕਾਂ ਦਾ ਜਿਹੜਾ ਪੈਸਾ ਸੀਗਾ, ਉਹ ਇਹ ਵੱਡੇ ਘਰਾਣੇ ਜਿਹੜੇ ਕਿ ਗੁਜਰਾਤ ਨਾਲ ਸੰਬੰਧ ਰੱਖਦੇ ਨੇ, ਉਹ ਲੈ ਕੇ ਬਾਹਰ ਚਲੇ ਗਏ ਨੇ, ਇਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ, ਕੀ ਕਹੋਗੇ ਤੁਸੀਂ? ਵੇਖੋ, ਜਿਵੇਂ ਲਲਿਤ ਮੋਦੀ, ਹਾਂਜੀ, ਨੀਰਵ ਮੋਦੀ, ਵਿਜੇ ਮਾਲਿਆ ਅਤੇ ਮੇਹੁਲ ਚੋਕਸੀ, ਇਹੋ ਜਿਹੇ ਬੰਦੇ ਜਿਹੜੇ ਨੇ, ਜਿਹੜੇ ਅਰਬਾਂ ਖਰਬਾਂਪਤੀ, ਹਾਂਜੀ, ਅਰਬਾਂ ਖਰਬਾਂ ਦਾ ਉਹ ਪੈਸਾ ਲੈ ਕੇ ਉਹ ਹਿੰਦੁਸਤਾਨ 'ਚੋਂ ਚਲੇ ਜਾਣ। ਹਾਂਜੀ। ਇੱਥੋਂ ਦੀਆਂ ਸੁਰੱਖਿਆ ਏਜੰਸੀਆਂ ਜਿਹੜੀਆਂ ਮੋਦੀ ਸਰਕਾਰ ਦੇ ਅੰਡਰ ਕੰਮ ਕਰ ਰਹੀਆਂ ਨੇ, ਹਾਂਜੀ, ਇੱਥੋਂ ਦਾ ਗ੍ਰਹਿ ਮੰਤਰੀ, ਉਹਨੂੰ ਪਤਾ ਹੀ ਨਾ ਹੋਵੇ ਵੀ ਇਹ ਜਾ ਰਹੇ ਨੇ, ਇਹ ਕਿਵੇਂ ਹੋ ਸਕਦਾ? ਇੱਕ ਐਡਾ ਵੱਡਾ ਬੰਦਾ, ਹਾਂਜੀ, ਇੰਨਾ, ਕਿਉਂਕਿ ਇਹ ਇੱਕ ਦਿਨ 'ਚ ਤਾਂ ਹੋ ਨਹੀਂ ਗਿਆ ਇਹ ਕੰਮ। ਬਿਲਕੁਲ ਜੀ। ਚਲੋ ਆਪਾਂ ਮੰਨ ਲੈਂਦੇ ਵੀ ਇਹਨਾਂ ਦਾ ਵਿੱਚ ਕੋਈ ਹੱਥ ਨਹੀਂ ਇਸ ਸਰਕਾਰ ਦਾ। ਤੁਸੀਂ ਇੱਕ ਗੱਲ ਵੇਖੀ, ਨੋਟ ਕੀਤੀ, ਇਹ ਬੰਦੇ ਚਲੇ ਗਏ, ਕਿਸੇ ਚੈਨਲ ਨੇ ਐਡੀ ਵੱਡੀ ਡਿਬੇਟ ਨਹੀਂ ਰੱਖੀ ਵੀ ਇਹ ਦੇਸ਼ ਦਰੋਹੀ ਨੇ, ਇਹ ਟੈਰੋਰਿਸਟ ਨੇ, ਇਹ ਹਿੰਦੁਸਤਾਨ ਦੇ ਗਰੀਬ ਲੋਕਾਂ ਦਾ ਇੰਨਾ ਪੈਸਾ ਲੈ ਕੇ ਚਲੇ ਗਏ ਨੇ। ਕਿਸੇ ਨੇ ਇਸ ਗੱਲ ਤੇ ਜ਼ੋਰ ਹੀ ਨਹੀਂ ਦਿੱਤਾ। ਮੀਡੀਆ ਜਿਹੜਾ ਉੱਦਾਂ ਕਹਿੰਦਾ ਅਸੀਂ ਬੜੇ ਨਿਰਪੱਖ ਹਾਂ, ਹੁਣ ਜਦੋਂ ਇਹਨਾਂ ਨੂੰ ਇਹ ਕਹਿੰਦੇ ਨੇ ਗੋਦੀ ਮੀਡੀਆ, ਤੁਹਾਨੂੰ ਗੁੱਸਾ ਲੱਗਦਾ। ਅਤੇ ਇਹ ਜਿਹੜਾ ਮੀਡੀਆ, ਇਹਨੂੰ ਇਹ ਨਹੀਂ ਸੀ ਪਤਾ ਵੀ ਉਹ ਗਏ ਨੇ ਅਤੇ ਅਸੀਂ ਇਹਨਾਂ 'ਤੇ ਵੀ ਕੋਈ ਕਰੀਏ, ਕਿ ਉਹ ਬੈਂਕ ਆ, ਬੈਂਕ ਦੇ ਵਿੱਚੋਂ ਕਰਜ਼ਾ ਲੈਂਦਾ, ਕੋਈ ਰੇਹੜੀ ਵਾਲਾ ਲੈਂਦਾ, ਕੋਈ ਦੁਕਾਨਦਾਰ ਲੈਂਦਾ, ਜਾਂ ਕੋਈ ਕਿਸਾਨ ਲੈਂਦਾ,
ਉਹਨੇ ਪੈਸੇ ਨਾ ਮੋੜੇ ਹੋਣ ਤੇ ਕੁਰਕੀ ਕਰਨ ਚਲੇ ਜਾਂਦੇ ਬੈਂਕਾਂ ਵਾਲੇ, ਬਿਲਕੁਲ ਨਾਲ ਪੁਲਿਸ ਵੀ ਚਲੀ ਜਾਂਦੀ, ਨੋਟਸ ਉਹਨੂੰ ਫੜ ਕੇ ਵੀ ਲਿਆਉਂਦੇ, ਸਾਰਾ ਕੁਝ ਕਰਦੇ ਉਹਦੇ ਨਾਲ। ਹਾਂਜੀ, ਇਹ ਬੰਦੇ ਚਲੇ ਗਏ, ਕੋਈ ਬਦਨਾਮੀ ਨਹੀਂ ਕੀਤੀ ਇਹਨਾਂ ਨੇ ਉਹਨਾਂ ਦੀ। ਫਿਰ ਕੱਲਾ ਇੱਥੋਂ ਤੱਕ ਹੀ ਨਹੀਂ, ਇਸ ਸਰਕਾਰ ਨੇ ਜਿਹੜੇ ਹੁਣ ਇੱਥੇ ਵੱਡੇ ਘਰਾਣੇ ਨੇ, ਹਾਂਜੀ, ਜਿਹੜੇ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਵੀ ਉਹ ਦੇਸ਼ ਦੇ ਸਾਰੇ ਸੰਸਾਰ ਦੇ ਵਿੱਚ ਉਹਨਾਂ ਦਾ ਤੀਜਾ ਕਿ ਚੌਥਾ ਨਾਂ ਹੈ ਵੀ ਇੰਨੇ ਅਮੀਰ ਨੇ, ਉਹਨਾਂ ਦੇ ਅਰਬਾਂ ਖਰਬਾਂ ਦੇ ਕਰਜ਼ੇ ਮਾਫ ਕਰੀ ਜਾਂਦੇ ਨੇ। ਨਾ ਜੀ, ਤੇ ਇਹ ਜਿਹੜਾ ਪੈਸਾ ਹੈ ਉਹ ਹੈ ਤਾਂ ਜਨਤਾ ਦੇ ਟੈਕਸ ਦਾ ਪੈਸਾ, ਬਿਲਕੁਲ ਜੀ, ਤੇ ਉਹ ਤੁਸੀਂ ਮਾਫ ਕਰੀ ਜਾਂਦੇ ਜੇ ਉਹਨਾਂ ਨੂੰ। ਇੱਕ ਗਰੀਬ ਬੰਦਾ ਉਹਦਾ ਤੁਸੀਂ 10 ਰੁਪਏ ਵੀ ਨਹੀਂ ਮਾਫ ਕਰਦਾ ਬੈਂਕ ਤਾਂ ਤੁਸੀਂ 2000 ਤੋਂ ਘਟ ਗਿਆ ਤੁਹਾਡਾ ਅਕਾਊਂਟ 'ਚ ਤੇ ਤਾਂ ਉਹ ਕਿਸੇ ਗਰੀਬ ਬੰਦੇ ਨੇ ਉਹਦੇ ਵਿਚਾਰੇ ਕੋਲ 2000 ਵੀ ਰੱਖਣ ਦੀ ਸਮਰੱਥਾ ਨਹੀਂ ਹੈਗੀ, ਤੇ ਉਹ ਘੱਟ ਹੁੰਦਾ ਪੈਸਾ ਤੇ ਉਹਨੂੰ ਉਹਦੇ ਵੀ ਪੈਨਲਟੀ ਪੈ ਜਾਂਦੀ ਹੈ। ਬਿਲਕੁਲ ਜੀ, ਤੇ ਇੱਥੇ ਤੁਸੀਂ ਵੇਖੋ ਵੀ ਇਹ ਦੇਸ਼ ਕਿਹੜੇ ਪਾਸੇ ਨੂੰ ਜਾ ਰਿਹਾ। ਬਿਲਕੁਲ ਜੀ, ਆਪਾਂ ਕਹਿੰਦੇ ਆ ਅੱਛਾ ਇਹ ਸਾਰੇ ਲੋਕ ਜਿਹੜੇ ਨੇ ਗੁਜਰਾਤ ਨਾਲ ਸੰਬੰਧਿਤ ਨੇ। ਹੁਣ ਗੁਜਰਾਤੀਆਂ ਬਾਰੇ ਇਹ ਵੀ ਕਿਹਾ ਜਾਂਦਾ ਵੀ ਨਾ ਤਾਂ ਇਹਨਾਂ ਨੇ ਜਿਹੜੀ ਅੰਗਰੇਜ਼ਾਂ ਵਿਰੁੱਧ ਲੜਾਈ ਲੜੀ, ਜਿਹਨੂੰ ਆਪਾਂ ਆਜ਼ਾਦੀ ਦੀ ਲੜਾਈ ਕਹਿੰਦੇ, ਬਿਲਕੁਲ ਜੀ, ਉਹਦੇ ਵਿੱਚ ਕੋਈ ਗੁਜਰਾਤੀ ਜਿਹੜਾ ਉਹਨੇ ਜਾ ਕੇ ਵੀ ਆਪਦਾ ਸਿਰ ਦਿੱਤਾ ਹੋਵੇ, ਬਿਲਕੁਲ, ਤੇ ਨਾ ਹੀ ਉਦੋਂ ਬਾਅਦ ਕਿੰਨੀਆਂ ਲੜਾਈਆਂ ਪਾਕਿਸਤਾਨ ਨਾਲ ਹੋਈਆਂ, ਬਿਲਕੁਲ ਜੀ, ਵੀ ਜਾਂ ਚਾਈਨਾ ਨਾਲ ਹੋਈ, ਕਿਹੜਾ ਗੁਜਰਾਤੀ ਉੱਥੇ ਜਾ ਕੇ ਸ਼ਹੀਦ ਹੋਇਆ। ਇਹ ਗੁਜਰਾਤੀ ਜਿਹੜੇ ਨੇ ਇਹ ਸ਼ੁਰੂ ਤੋਂ ਹੀ ਜਿਹੜੇ ਨੇ ਇਹ ਅਮੀਰ ਠੀਕ ਹੈ ਰਹੇ ਨੇ, ਵਪਾਰ ਕਰਦੇ ਰਹੇ ਨਾ, ਵਪਾਰ ਕਰਨਾ ਆਉਂਦਾ ਇਹਨਾਂ ਨੂੰ, ਇੱਕ ਦੇ 100 ਬਣਾਉਣੇ ਆਉਂਦੇ ਆ। ਬਿਲਕੁਲ, ਅੱਛਾ, ਇਹ ਦਿਮਾਗ ਨਾਲ ਚੱਲਦੇ ਆਪਦੇ ਨਾਲ। ਇਹ ਲੋਕ ਨੇ ਜਿਹੜੇ ਇਹਨਾਂ ਨੇ ਆਪਦੀਆਂ ਤਿਜੋਰੀਆਂ ਭਰੀਆਂ ਨੇ, ਬਿਲਕੁਲ, ਇਹਨਾਂ ਨੇ ਦੇਸ਼ ਦੇ ਲੋਕਾਂ ਲਈ ਕੋਈ ਸਹੂਲਤ ਨਹੀਂ ਦਿੱਤੀ। ਹੁਣ ਕਿਸਾਨਾਂ ਨੂੰ ਇਹ ਕਹਿੰਦੇ ਜੀ ਬਿੱਲ ਹੈ ਜੀ ਇੱਦਾਂ ਫਾਇਦੇਮੰਦ ਆ, ਤੁਸੀਂ ਰਿਲਾਇੰਸ ਦੀ ਆ ਜਿਹੜੀ ਜੀਓ ਸਿਮ ਸੀ ਅਗਲੇ ਨੇ ਫ੍ਰੀ ਵੰਡੀ, ਬਿਲਕੁਲ ਜੀ, ਉਹ ਮੂਰਖ ਥੋੜੀ ਹੈਗਾ ਵੀ ਉਹ ਫ੍ਰੀ ਵੰਡੇਗਾ। ਬਿਲਕੁਲ ਜੀ, ਅੱਜ ਉਹ ਲੋਕਾਂ ਨੇ ਫ੍ਰੀ ਕਹਿ ਕੇ ਜਿਹਨੇ ਨਹੀਂ ਵੀ ਲੈਣੀ ਸੀ ਉਹਨੇ ਵੀ ਲੈ ਲਈ, ਬਿਲਕੁਲ, ਤੇ ਅੱਜ ਉਹ ਲੋਕ ਜਿਹੜੇ ਨੇ ਉਹ ਪੈਸੇ ਭਰਦੇ ਪਏ, ਉਹਨਾਂ ਨੂੰ ਆਦਤ ਪੈ ਗਈ। 399 ਤੋਂ 599 ਤੱਕ ਕੰਮ ਬਿਲਕੁਲ ਚੱਲ ਰਿਹਾ ਬਿਲਕੁਲ ਬਿਲਕੁਲ। ਤੇ ਹੁਣ ਵੇਖੋ ਤੁਸੀਂ ਵੀ ਜੇ ਇਹੋ ਆਰਡੀਨੈਂਸ ਜਿਹੜੇ ਪਾਸ ਹੁੰਦੇ, ਇਹ ਤਾਂ ਮੌਤ ਦੇ ਵਾਰੰਟ ਨੇ ਕਿਸਾਨਾਂ ਲਈ। ਬਿਲਕੁਲ, ਕਿਸਾਨਾਂ ਲਈ ਬਹੁਤ ਇੱਕ ਵੀ ਕੰਮ ਜਿਹੜਾ ਹੈ ਲੋਕ ਹਿੱਤ ਵਿੱਚ ਨਹੀਂ ਹੋਇਆ। ਠੀਕ ਹੈ ਜੀ, ਮੀਡੀਆ ਜੋ ਮਰਜ਼ੀ ਇਹਨਾਂ ਦੀ ਫੇਵਰ ਚ ਆਖੀ ਜਾਵੇ, ਲੋਕਾਂ ਨੂੰ ਪਤਾ ਹੈ। ਲੋਕੀ ਜਿਹੜੇ ਐਵੇਂ ਨਹੀਂ ਐਡਾ ਵੱਡਾ ਜਿਹੜਾ ਕਾਫਲਾ ਲੈ ਕੇ ਤੁਰੀ ਜਾਂਦੇ ਉੱਥੇ ਦਿੱਲੀ ਬਾਰਡਰ ਤੇ ਇਹ ਮੋਦੀ ਸਰਕਾਰ ਨੂੰ ਸੋਚਣਾ ਚਾਹੀਦਾ, ਕਿਉਂਕਿ ਸਿਆਸਤ ਕਰੋ, ਰਾਜਨੀਤੀ ਕਰੋ ਹਰ ਇੱਕ ਦਾ ਆ ਕੇ, ਪਰ ਇਸ ਲੈਵਲ ਤੇ ਨਾ ਜਾਓ ਕਿ ਆਪਾਂ ਆਪਦੇ ਦੇਸ਼ ਦੇ ਲੋਕਾਂ ਨਾਲ ਟੁੱਟ ਜਾਈਏ। ਬਿਲਕੁਲ ਜੀ। ਇੱਕ ਕਮਲਦੀਪ ਸਿੰਘ ਜੀ, ਤੁਸੀਂ ਮੈਨੂੰ ਇਸ ਚੀਜ਼ ਬਾਰੇ ਦੱਸੋ ਵੀ ਜਦੋਂ ਪ੍ਰਧਾਨ ਮੰਤਰੀ ਬਣਨ ਦੀਆਂ ਰੈਲੀਆਂ ਕਰਦੇ ਪਏ ਸੀ, ਜਦੋਂ ਹੁਣ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ ਤਾਂ ਪੰਜਾਬ ਦੀ ਇੱਕ ਰੈਲੀ ਦੇ ਵਿੱਚ ਮੈਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਜਿਨ੍ਹਾਂ ਦਾ ਬਿਆਨ ਸੁਣਿਆ ਸੀਗਾ ਵੀ ਜਿਵੇਂ ਹੀ ਮੋਦੀ ਸਰਕਾਰ ਸੈਂਟਰ ਦੇ ਵਿੱਚ ਆਉਂਦੀ ਆ ਤੇ ਪੰਜਾਬ ਲਈ ਅਸੀਂ ਟਰੱਕ ਭਰ ਕੇ ਨੋਟਾਂ ਦੇ ਲੈ ਕੇ ਆਵਾਂਗੇ। ਹੁਣ ਤੁਹਾਡਾ ਉਹਦੇ ਬਾਰੇ ਕੀ ਵਿਚਾਰ ਹੈ ਜੀ? ਉਹ ਟਰੱਕ ਕਿੱਥੇ ਕੁ ਪਹੁੰਚੇ ਆ, ਵੀ ਪੰਜਾਬ ਤੱਕ ਆਏ ਨੇ ਕਿ ਪੰਜਾਬ ਤੋਂ ਪਿੱਛੇ ਰਹਿ ਗਏ ਨੇ ਜੀ? ਉਹ ਟਰੱਕ ਜਿਹੜੇ ਨੇ ਉਹ ਸੁਖਬੀਰ ਬਾਦਲ ਨੂੰ ਵੈਸੇ ਤਾਂ ਇਹ ਪੁੱਛਣਾ ਚਾਹੀਦਾ, ਤੇ ਵੈਸੇ ਜਨਤਾ ਨੇ ਪੁੱਛਿਆ ਵੀ ਹੈ। ਹਾਂਜੀ ਹਾਂਜੀ। ਤੇ ਹੁਣ ਸੁਖਬੀਰ ਬਾਦਲ ਤਾਂ ਟਰੱਕਾਂ ਤੋਂ ਬਗੈਰ ਹੀ ਬੈਠਾ ਆ। ਜੇ ਟਰੱਕ ਆ ਜਾਂਦੇ ਤੇ ਸੁਖਬੀਰ ਬਾਦਲ ਹੋ ਸਕਦਾ ਵੀ ਅੱਜ ਕੁਰਸੀ ਤੇ ਬੈਠਾ ਹੁੰਦਾ, ਬਿਲਕੁਲ, ਪਰ ਉਹ ਟਰੱਕ ਨਹੀਂ ਆਏ। ਠੀਕ ਹੈ ਜੀ। ਤੇ ਇਹ ਤਾਂ ਲੋਕਾਂ ਨੇ ਇਸ ਚੀਜ਼ ਦਾ ਮਜ਼ਾਕ ਵੀ ਬੜਾ ਬਣਾਇਆ। ਮਜ਼ਾਕ ਤਾਂ ਵੇਖੋ ਜੀ ਅਜੇ ਤੱਕ ਬਣ ਰਿਹਾ ਜੀ ਉਹਨਾਂ ਦਾ। ਹੁਣ ਜਿਹੜਾ ਇਹ ਪੰਜਾਬ ਦੇ ਵਿੱਚ ਜਿਹੜਾ ਅਕਾਲੀ ਭਾਜਪਾ ਜਿਹੜਾ ਕਹਿੰਦੇ ਸੀ ਬੜਾ 9 ਮਾਸ ਦਾ ਰਿਸ਼ਤਾ ਹੈ, ਤੇ ਇਹ 9 ਮਾਸ ਦਾ ਰਿਸ਼ਤਾ ਜਿਹੜਾ ਇਹ ਏਡੀ ਛੇਤੀ ਕਿਵੇਂ ਖਤਮ ਹੋ ਗਿਆ ਜੀ? ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਇਹ ਵੇਖੋ ਜੀ, ਇਹ ਸਿਆਸਤ ਆ। ਅਈਓ 4 ਦਿਨ ਪਹਿਲਾਂ ਇਹਨਾਂ ਬਿੱਲਾਂ ਦੇ ਹੱਕ 'ਚ ਬੋਲਦੇ ਪਏ ਸੀ। ਬਿਲਕੁਲ ਬੋਲਿਆ ਜੀ ਪਹਿਲਾਂ। ਇਹ ਰਿਸ਼ਤਾ ਸ਼ਾਇਦ ਬਾਦਲ ਸਾਹਿਬ ਦਾ ਵਕਤ ਕਹਿੰਦੇ ਹੁੰਦੇ ਸੀ ਪਤੀ ਪਤਨੀ ਦਾ ਰਿਸ਼ਤਾ। ਹਾਂਜੀ ਹਾਂਜੀ। ਇਹ ਰਿਸ਼ਤਾ ਤਾਂ ਨਹੀਂ ਸੀ, ਤਲਾਕ ਤਾਂ ਨਹੀਂ ਸੀ ਹੁੰਦਾ। ਇਹ ਤਲਾਕ ਹੁਣ ਜਿਹੜਾ ਹੋਇਆ, ਇਹ ਤਲਾਕ ਹੋਣ ਦਾ ਕਾਰਨ ਇਹ ਹੈ ਲੋਕਾਂ ਦਾ ਪ੍ਰੈਸ਼ਰ। ਠੀਕ ਹੈ ਜੀ। ਜਦੋਂ ਲੋਕਾਂ ਨੇ ਆਖਿਆ ਵੀ ਅਸੀਂ ਪਿੰਡਾਂ 'ਚ ਵੜਨ ਨਹੀਂ ਦੇਣੇ, ਬਿਲਕੁਲ ਜੀ ਬਿਲਕੁਲ, ਤੇ ਫਿਰ ਇਹਨਾਂ ਨੂੰ ਜਿਹੜਾ ਹੈ ਇਹਨਾਂ ਦਾ ਦਿਮਾਗ ਸਿੱਧਾ ਹੋਇਆ। ਬਿਲਕੁਲ। ਉਹੀਓ ਬੀਬੀ ਹਰਸਿਮਰਤ ਕੌਰ ਜਿਹੜੀ ਪਹਿਲਾਂ ਇਹ ਕਹਿ ਰਹੀ ਸੀ ਵੀ ਇਹ ਬਿੱਲ ਬੜੇ ਵਧੀਆ ਨੇ, ਲੋਕੀ ਤਾਂ ਐਵੇਂ ਕਰਦੇ ਆ, ਉਹੀਓ ਸੁਖਬੀਰ ਬਾਦਲ ਜਿਹੜਾ ਕਹਿੰਦਾ ਸੀ ਧਰਨੇ ਤਾਂ ਉਹ ਲੋਕ ਲਾਉਂਦੇ ਨੇ ਜਿਹੜੇ ਵਿਹਲੇ ਨੇ। ਅੱਜ ਧਰਨੇ ਲਾਉਣ ਦੀਆਂ ਗੱਲਾਂ ਵੀ ਕਰੀ ਜਾਂਦਾ। ਬਿਲਕੁਲ। ਇਹਨਾਂ ਦਾ ਇਹ ਕੋਈ ਜਿਹੜੀ ਇਹਨੂੰ ਕਹਿੰਦੇ ਹੁੰਦੇ ਨਾ ਸੁਲਝੀ ਹੋਈ ਸਿਆਸਤ ਨਹੀਂ ਗੀ। ਠੀਕ ਹੈ ਜੀ।
ਸੁਲਝੀ ਹੋਈ ਸਿਆਸਤ, ਇਹ ਮੌਕਾ ਪ੍ਰਸਤ ਸਿਆਸਤ ਆ। ਬਿਲਕੁਲ ਜੀ। ਇਹ ਮੌਕਾ ਪ੍ਰਸਤ ਸਿਆਸਤ ਇਹਨਾਂ ਦਾ ਬਾਪੂ ਬਾਦਲ ਵੀ ਕਰਦਾ ਰਿਹਾ। ਬਿਲਕੁਲ ਜੀ। ਹੁਣ ਮੁੰਡਾ ਉਦੋਂ ਵੀ ਅੱਗੇ ਲੰਘ ਗਿਆ। ਹਾਂਜੀ ਹਾਂਜੀ। ਇਹ ਜਿਹੜੀ ਮੌਕਾ ਪ੍ਰਸਤ ਸਿਆਸਤ ਆ, ਜੇ ਇਹ ਜਦੋਂ ਇਹ ਬਾਦਲ ਆਇਆ 97 ਦੇ ਵਿੱਚ ਇਹ ਮੁੱਖ ਮੰਤਰੀ ਬਣਿਆ। ਹਾਂਜੀ ਹਾਂਜੀ। ਜੇ ਉਦੋਂ ਜਿਹੜੇ ਨੇ ਵਾਅਦੇ ਕੀਤੇ ਸੀ, ਜਿਸ ਕਰਕੇ ਲੋਕਾਂ ਨੇ ਇਹਨੂੰ ਚੁਣਿਆ ਸੀ, ਜੇ ਉਹ ਪੂਰੇ ਕਰਦਾ, ਇਹਨੂੰ ਫਿਰ ਕਿਸੇ ਗੱਠਜੋੜ ਦੀ ਲੋੜ ਨਹੀਂ ਸੀ। ਬਿਲਕੁਲ। ਇਹ ਇਕੱਲਾ ਹੀ ਪੰਜਾਬ ਤੇ ਰਾਜ ਕਰ ਸਕਦਾ ਸੀ, ਇਹਨੂੰ ਬੀਜੇਪੀ ਦੀ ਕੋਈ ਲੋੜ ਨਹੀਂ ਸੀ। ਇਹਦਾ ਜਿਹੜਾ ਗੱਠਜੋੜ ਹੋਇਆ ਸੀ ਬਹੁਜਨ ਸਮਾਜ ਪਾਰਟੀ ਨਾਲ ਪਹਿਲੀ ਵਾਰੀ ਹੋਇਆ ਸੀ 97 ਚ ਆਉਣ ਤੋਂ ਪਹਿਲਾਂ ਇਲੈਕਸ਼ਨਾਂ ਹੋਈਆਂ ਨਾ, MP ਦੀਆਂ ਇਲੈਕਸ਼ਨਾਂ ਹੋਈਆਂ ਜਿਹੜੀਆਂ ਮੈਂਬਰ ਪਾਰਲੀਮੈਂਟ ਜਦੋਂ ਬਣਿਆ। ਹਾਂਜੀ ਹਾਂਜੀ ਹਾਂਜੀ। ਲੋਕ ਸਭਾ ਦੀ ਇਲੈਕਸ਼ਨ ਹੋਈ, ਉਹ ਲੋਕ ਸਭਾ ਦੀ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਬਸਪਾ ਨਾਲ ਗੱਠਜੋੜ ਕੀਤਾ ਸੀ ਤੇ ਬੜਾ ਸਕਸੈਸਫੁਲ ਰਿਹਾ ਸੀ। ਠੀਕ ਹੈ ਜੀ। ਤੇ ਜੇ ਵੈਸੇ ਵੇਖਿਆ ਜਾਵੇ ਵਿਚਾਰਧਾਰਕ ਤੌਰ ਤੇ ਵੀ ਇਹਨਾਂ ਦਾ ਉਹਨਾਂ ਨਾਲ ਹੀ ਬਣਦਾ ਸੀ। ਠੀਕ ਹੈ ਜੀ। ਪਰ ਬਾਦਲ ਸਾਹਿਬ ਦੀ ਪਤਾ ਨਹੀਂ ਕੀ ਮਜਬੂਰੀ ਸੀ, ਉਹਨਾਂ ਨੇ ਇਹਨਾਂ ਨਾਲ ਗੱਠਜੋੜ ਕੀਤਾ। ਉਹ ਫਿਰ ਟਰੱਕਾਂ ਦੀ ਗੱਲ ਨਹੀਂ ਨਾ ਬਣਨੀ ਸੀ ਬਾਦਲ ਸਾਹਿਬ ਦੀ, ਜਿਹੜੀ ਟਰੱਕਾਂ ਦੀ ਤਾਂ ਨਹੀਂ ਬਣਨੀ ਸੀ। ਇਹ ਹੁਣ ਟਰੱਕ ਪਲਟ ਵੀ ਗਏ ਨਾ ਅੱਜ ਦੀ ਡੇਟ 'ਚੋਂ ਟਰੱਕ ਕਿੱਥੇ ਪਲਟ ਗਏ। ਮੈਨੂੰ ਲੱਗਦਾ ਹਰਿਆਣੇ ਵਾਲੇ ਲਾਲੇ ਪਿੱਛੇ ਟਰੱਕ। ਹਾਂ, ਦੂਜੀ ਗੱਲ ਇਹ ਆ ਵੀ ਉਦੋਂ ਜੇ ਇਹ ਗੱਠਜੋੜ ਇਹਨਾਂ ਨੇ ਕੀਤਾ ਇਹਨਾਂ ਨਾਲ, ਹਾਂਜੀ, ਤੇ ਉਹ ਗੱਠਜੋੜ ਕਰਕੇ ਜਿਹੜੇ ਬੀਜੇਪੀ ਨਾ ਜਿਹੜੀ ਖਲੋ ਨਹੀਂ ਸੀ ਸਕਦੀ ਪੰਜਾਬ 'ਚ। ਠੀਕ ਹੈ। ਆਪਦੇ ਆਪ। ਠੀਕ ਹੈ। ਪੰਜਾਬ ਦੇ ਪਿੰਡਾਂ 'ਚ ਬੀਜੇਪੀ ਦਾ ਕੋਈ ਧਾਰ ਨਹੀਂ ਹੈਗਾ। ਠੀਕ ਹੈ। ਤੇ ਉਹ ਅੱਜ ਖੜੋਣ ਜੋਗੀ ਜਿਹੜੀ ਉਹ ਬਾਦਲ ਸਾਹਿਬ ਨੇ ਕਰਤੀ। ਠੀਕ ਹੈ। ਜੇ ਉਹ ਬੋਲਦੇ ਨਾ, ਅੱਜ ਬਾਦਲ ਦੇ ਖਿਲਾਫ ਬੋਲਦੇ ਨੇ, ਉਹ ਬਾਦਲ ਦੇ ਜਿਹੜੇ ਖਿਲਾਰੇ ਹੋਏ ਬੋਲਦੇ ਪਏ। ਜੇ ਉਦੋਂ ਇਹ ਗੱਠਜੋੜ ਜਿਹੜਾ ਬਹੁਜਨ ਸਮਾਜ ਪਾਰਟੀ ਨਾਲ ਹੁੰਦਾ ਤੇ ਬਾਦਲ ਜਿਹੜਾ ਪੰਥਕ ਲੀਡਰ ਮੰਨ ਕੇ ਲੋਕਾਂ ਨੇ ਅੱਗੇ ਲਿਆਂਦਾ ਸੀ, ਹਾਂਜੀ, ਤੇ ਉਹ ਪੰਥਕ ਬਣ ਕੇ ਰਹਿੰਦਾ। ਬਿਲਕੁਲ ਜੀ। ਤੇ ਇੱਕ ਬੜੀ ਤਾਕਤਵਰ ਜਿਹੜੀ ਹੈ ਖੇਤਰੀ ਪਾਰਟੀ ਦੇ ਰੂਪ ਚ ਅਕਾਲੀ ਦਲ ਜਿਹੜਾ ਉਹ ਰਾਜ ਕਰ ਸਕਦਾ ਸੀ। ਬਿਲਕੁਲ ਜੀ। ਤੇ ਉਹ ਜਦੋਂ ਆਪਾਂ ਮੌਕਾ ਪਰ ਸਿਆਸਤ ਕਰਦੇ ਆ, ਉਹਦਾ ਜਿਹੜਾ ਨੁਕਸਾਨ ਹੁੰਦਾ, ਤੇ ਉਹ ਸ਼ੁਰੂ ਤਾਂ ਲੱਗਦਾ ਵੀ ਬੜਾ ਫਾਇਦਾ। ਹਾਂਜੀ ਹਾਂਜੀ। ਉਹ ਬੜਾ ਵੱਡਾ ਨੁਕਸਾਨ ਹੋਇਆ। ਅੱਜ ਤੁਸੀਂ ਵੇਖੋ ਕਿੱਥੇ ਖੜੀ ਪਾਰਟੀ। ਬਿਲਕੁਲ ਜੀ। ਕਮਲਦੀਪ ਜੀ, ਮੈਂ ਤੁਹਾਨੂੰ ਇੱਕ ਹੋਰ ਗੱਲ ਪੁੱਛਣੀ ਚਾਹੂੰਗਾ ਜੀ। ਜਿਵੇਂ ਇਹਨਾਂ ਨੇ GST ਲਾਇਆ, ਮੋਦੀ ਸਰਕਾਰ ਨੇ, ਇਹਨਾਂ ਨੇ ਬਾਕੀ ਸਾਰੀਆਂ ਚੀਜ਼ਾਂ ਦੇ GST ਲਾਉਣ ਦੇ ਨਾਲ ਨਾਲ ਦਰਬਾਰ ਸਾਹਿਬ ਦੇ ਲੰਗਰ ਤੇ ਵੀ GST ਲਾਤਾ ਜੀ। ਇਹਦੇ ਬਾਰੇ ਤੁਹਾਡੇ ਕੀ ਵਿਚਾਰ ਨੇ? ਵੇਖੋ, ਪੁਰਾਣੇ ਸਮੇਂ 'ਚ ਜਜੀਆ ਟੈਕਸ ਲਾਉਂਦੇ ਸੀਗੇ। ਠੀਕ ਹੈ। ਮੈਂ ਤਾਂ ਇਹਨੂੰ ਇਹੋ ਮੰਨਾਂਗਾ ਵੀ ਦੇਖੋ, ਲੰਗਰ ਗੁਰੂ ਕੱਲ ਜਿਹੜਾ ਲੰਗਰ ਹੈ ਉਹ ਅੱਜ ਤੱਕ ਉਹ ਜਿਹੜਾ ਉਹ ਇਹ ਵੇਖ ਕੇ ਨਹੀਂ ਵਰਤਾਇਆ ਜਾਂਦਾ ਕਿ ਇਹਦਾ ਧਰਮ ਕਿਹੜਾ, ਜਾਤ ਕਿਹੜਾ। ਇਹ ਉਹ ਹਰ ਇੱਕ ਲਈ ਜਿਹੜਾ ਉਹ ਲੰਗਰ ਹੈ ਜਿਹੜਾ ਉਹ 24 ਘੰਟੇ ਅਵੇਲੇਬਲ ਆ। ਠੀਕ ਹੈ। ਹਰ ਇੱਕ ਗੁਰਦੁਆਰੇ 'ਚ ਜਾਂ ਕਿਤੇ ਵੀ ਕੋਈ ਮੁਸੀਬਤ ਪੈ ਜਾਂਦੀ ਹੈ ਜਾਂ ਕੋਈ ਵੱਡਾ ਟ੍ਰੈਜਡੀ ਹੋ ਜਾਂਦੀ ਹੈ, ਉਹਨਾਂ ਸਥਾਨਾਂ 'ਤੇ ਜਿਹੜੇ ਗੁਰੂ ਦੇ ਸਿੱਖ ਨੇ ਉਹ ਲੰਗਰ ਲਾਉਂਦੇ। ਲੰਗਰ ਤਾਂ ਹੁਣ ਇਹਦਾ ਦਾਇਰਾ ਕਿੰਨਾ ਵਿਸ਼ਾਲ ਹੋ ਗਿਆ। ਬਿਲਕੁਲ ਜੀ, ਵੱਡਾ ਹੋ ਗਿਆ। ਤੁਸੀਂ ਵੇਖੋ ਵੀ ਇਕੱਲਾ ਲੰਗਰ ਅੱਜ ਕੱਲ੍ਹ ਇਹ ਖਾਣ ਪੀਣ ਵਾਲਾ ਨਹੀਂ ਲੱਗਦਾ। ਹਾਂਜੀ। ਲੰਗਰ ਤੁਸੀਂ ਵੇਖੋ, ਕੱਪੜਿਆਂ ਦਾ ਲੰਗਰ ਲੱਗਦਾ, ਦਵਾਈਆਂ ਦਾ ਲੰਗਰ ਲੱਗਦਾ, ਹਰ ਇੱਕ ਚੀਜ਼ ਦਾ ਜਿਵੇਂ ਦੀ ਉੱਥੇ ਜ਼ਰੂਰਤ ਆ। ਹਾਂਜੀ। ਅਤੇ ਤੁਸੀਂ ਇੱਕ ਐਡੀ ਵੱਡੀ ਸੰਸਥਾ ਲੰਗਰ ਦੀ, ਉਹਦੇ ਉੱਤੇ ਤੁਸੀਂ ਟੈਕਸ ਲਾਉਂਦੇ ਪਏ ਜੇ। ਇਹਦੇ ਪਿੱਛੇ ਕੀ ਸੋਚ ਆ, ਕੀ ਸਮਝ ਆ, ਇਹ ਹੁਣ ਆਪਣੀ ਸਮਝ ਤੋਂ ਬਾਹਰ ਆ। ਲੰਗਰ ਤੇ ਇਹਦਾ GST ਲਾਉਣ ਦਾ ਇਹਨਾਂ ਦਾ ਮਤਲਬ, ਚਲੋ ਬਾਅਦ ਚ ਮੇਰਾ ਖਿਆਲ ਖਤਮ ਵੀ ਕਰਤਾ। ਹਾਂਜੀ ਹਾਂਜੀ। ਹੁਣ ਤਾਂ ਪ੍ਰੈਸ਼ਰ ਜਦੋਂ ਪਿਆ, ਪਰ ਇਹ ਜਿਹੜਾ ਸੀ ਇੱਕ ਮਾੜੀ ਸੋਚ ਸੀ, ਬਹੁਤ ਜ਼ਿਆਦਾ ਮਾੜੀ ਸੋਚ। ਹਾਂਜੀ। ਇਹ ਕਮਲਦੀਪ ਜੀ, ਇੱਕ ਆਪਾਂ ਇੰਨੀਆਂ ਗੱਲਾਂ ਬਾਤਾਂ ਕੀਤੀਆਂ, ਸਾਰਾ ਹਿੰਦੁਸਤਾਨ ਇਸ ਚੀਜ਼ ਤੋਂ ਦੁਖੀ ਹੈ। ਮੋਦੀ ਦੇ ਹਰੇਕ ਤਰ੍ਹਾਂ ਦਾ ਜੋ ਵੀ ਉਹਨੇ ਬਿੱਲ ਲੈ ਕੇ ਆਉਂਦਾ, ਉਹਦੇ ਤੋਂ ਤਕਰੀਬਨ ਦੁਖੀ ਲੋਕ ਦਿਖੇ ਆ। ਕੋਈ ਇਹਨੇ ਲੋਕਾਂ ਨੂੰ ਸੁੱਖ ਦੇਣ ਵਾਲਾ ਕੰਮ ਵੀ ਕੀਤਾ ਹੈ ਕਿ ਬਸ ਇਹਨੇ ਦੁਖੀ ਕੀਤਾ ਲੋਕਾਂ ਨੂੰ? ਦੇਖੋ, ਜਿਹੜੇ ਹੁਣ ਦੁਬਾਰਾ ਫੇਰ ਇਲੈਕਸ਼ਨ ਜਿਵੇਂ ਬਿਹਾਰ ਵਾਲੀ ਜਿੱਤਿਆ, ਹਾਂਜੀ, ਜਿਹੜੇ ਹੁਣ ਇਸ ਪਾਰਟੀ ਦੇ ਨੇ, ਉਹ ਤਾਂ ਅਸੀਂ ਚੰਗੇ ਕੰਮ ਹੀ ਕੀਤੇ। ਉਹ ਕਹਿੰਦੇ ਜਿੰਨੇ ਬਿੱਲ ਲਿਆਂਦੇ ਚੰਗੇ ਲਿਆਂਦੇ, ਤਾਂ ਹੀ ਅਸੀਂ ਜਿੱਤੇ ਆ। ਇਹ ਹੁਣ ਇਲਜ਼ਾਮ ਕਈ ਲੱਗਦੇ ਨੇ ਇਹਨਾਂ ਦੇ ਅੱਗੇ ਆਉਣ ਦੇ। ਕੋਈ ਕਹਿੰਦਾ EVM 'ਚ ਜਿਹੜਾ ਹੈ ਉਹ ਟੈਂਪਰ ਹੁੰਦੀ ਹੈ, EVM ਨੂੰ ਟੈਂਪਰ ਕਰਦੇ। ਦੇਖੋ, ਗੱਲ ਇਹ ਹੈ ਵੀ ਵੋਟਿੰਗ ਜਿਹੜੀ ਹੈ ਨਾ, ਹਾਂਜੀ, ਉਹ ਪੂਰੀ ਨਹੀਂ ਹੁੰਦੀ। 60% ਹੋ ਗਈ, 65% ਹੋ ਗਈ, 50% ਹੋ ਗਈ, 55% ਹੋ ਗਈ। ਠੀਕ ਹੈ ਜੀ। ਜਦੋਂ ਤਬਦੀਲੀ ਹੋਣੀ ਹੈ ਨਾ,
ਉਦੋਂ ਲੋਕਾਂ ਨੇ ਘਰੇ ਨਹੀਂ ਬੈਠਣਾ। ਠੀਕ ਹੈ। ਉਹਨਾਂ ਨੇ ਕਹਿਣਾ ਵੋਟ ਪਾਉਣੀ ਪਾਉਣੀ। ਪਤਾ ਨਹੀਂ ਕੀ ਗੱਲ ਆ, ਜਾਂ ਲੋਕਾਂ 'ਚ ਇੰਨੀ ਅਵੇਅਰਨੈਸ ਨਹੀਂ ਹੈਗੀ ਵੀ ਵੋਟ ਪਾਉਣ ਨਹੀਂ ਜਾਂਦੇ ਜਿਹੜੇ। ਹਾਂਜੀ। ਕਈ ਲੋਕ ਕਹਿੰਦੇ ਨੇ ਵੀ ਵੋਟ ਪਾਉਣ ਦਾ ਫਾਇਦਾ ਕੀ, ਸਾਡੀ ਵੋਟ ਨਾਲ ਕਿੰਨੇ ਜਿੱਤ ਜਾਣਾ ਜਾਂ ਹਾਰ ਜਾਣਾ। ਇਹ ਸੋਚ ਕਈਆਂ ਦੀ ਇਹ ਸੋਚ ਵੀ ਬਣ ਜਾਂਦੀ। ਤੇ ਜੇ ਪਰਸੈਂਟੇਜ ਦੇ ਹਿਸਾਬ ਨਾਲ ਵੇਖੀਏ, ਹਾਂਜੀ, ਤੇ ਜੇ ਉਹਦੀ ਆਪਾਂ ਡਾਟੇ ਕੱਢੀਏ ਉਸ ਹਿਸਾਬ ਨਾਲ ਤਾਂ ਇਹ ਕੋਈ ਪੂਰੇ ਦੇਸ਼ ਦੀ ਨੁਮਾਇੰਦਗੀ ਤਾਂ ਨਹੀਂ ਕਰਦੇ ਠੀਕ ਹੈ ਵੀ ਇੰਨੀ ਅਸੀਂ ਵੋਟ ਲੈ ਗਏ, ਇੰਨੇ % ਅਸੀਂ ਲੈ ਗਏ। ਬਾਕੀ ਸਮੇਂ ਦੇ ਹਿਸਾਬ ਨਾਲ ਤੇ ਜਿਹੜਾ ਹੁਣ ਮਾਹੌਲ ਬਣਿਆ ਪਿਆ, ਹੋ ਸਕਦਾ ਵੀ ਅਗਲੀਆਂ ਲੋਕ ਸਭਾ ਇਲੈਕਸ਼ਨਾਂ ਤੱਕ ਕੋਈ ਜਿਹੜਾ ਨਵਾਂ ਗੱਠਜੋੜ ਬਣੇ ਤੇ ਉਹ ਮਜ਼ਬੂਤ ਬਣੇ। ਤੇ ਬਾਕੀ ਹਾਲੇ ਤਾਂ ਨੇੜੇ ਭਵਿੱਖ ਦੇ ਵਿੱਚ ਕੁਛ ਨਹੀਂ ਲੱਗਦਾ ਵੀ ਇਹ ਜਿਹੜਾ ਇਹਨਾਂ ਦਾ ਡਾਊਨਫਾਲ ਆਏਗਾ। ਠੀਕ ਹੈ ਜੀ। ਉਹਦਾ ਕਾਰਨ ਇਹ ਕੋਈ ਤਾਂ EVM ਤੇ ਵੀ ਇਲਜ਼ਾਮ ਲੱਗਦੇ, ਕੁਝ ਇਹਨਾਂ ਦਾ ਹਰ ਇੱਕ ਸੰਸਥਾ ਦੇ ਉੱਤੇ ਜਿਹੜਾ ਉਹ ਕਬਜ਼ਾ ਹੋ ਚੁੱਕਾ। ਠੀਕ ਹੈ। ਰਾਜ ਸਭਾ ਦੇ ਵਿੱਚ ਵੀ ਇਹਨਾਂ ਦੇ ਮੈਂਬਰ ਪੂਰੇ ਹੋ ਚੁੱਕੇ ਨੇ, ਹਰ ਇੱਕ ਸੰਸਥਾ ਦੇ ਵਿੱਚ ਜਿਹੜੇ ਨੇ ਇਹਨਾਂ ਨੇ ਕਬਜ਼ਾ ਕਰ ਲਿਆ। ਹਾਂਜੀ। ਇੱਕ ਕਮਲਦੀਪ ਜੀ, ਜਿਵੇਂ ਹੁਣ ਇਹਨਾਂ ਨੇ ਆਪਣੇ ਪੰਜਾਬ 'ਚ ਬਿੱਲ ਲਾਗੂ ਕੀਤੇ ਆ ਜਾਂ ਕੋਸ਼ਿਸ਼ ਕਰ ਰਹੇ ਨੇ, ਆਪਣੇ ਸੰਘਰਸ਼ ਵੀ ਚੱਲ ਰਹੇ ਨੇ, ਤੁਹਾਨੂੰ ਨਹੀਂ ਲੱਗਦਾ ਕਿ ਜਿਹੜਾ ਇਹ ਮੋਦੀ ਨੇ ਇਹ ਵਾਲੇ ਬਿੱਲ ਪੰਜਾਬ 'ਤੇ ਥੋਪ ਕੇ ਤੇ ਬਲਦੀ ਅੱਗ ਦੇ ਵਿੱਚ ਹੱਥ ਪਾ ਲਏ ਜੀ? ਇਹ ਇਕੱਲੇ ਪੰਜਾਬ ਵਾਸਤੇ ਨਹੀਂ, ਇਹ ਭਾਰਤ ਦੇ ਸਾਰੇ ਭਾਰਤ ਦੇ ਕਿਸਾਨਾਂ ਨੂੰ ਇਹਦਾ ਨੁਕਸਾਨ ਹੈ। ਤੇ ਸਾਰਾ ਹੁਣ ਤਾਂ ਭਾਰਤ ਹੀ ਜੁੜਿਆ ਹੋਇਆ ਹੈ ਇਸ ਸੰਘਰਸ਼ ਦੇ ਵਿੱਚ। ਇਹ ਜਿਹੜੇ ਬਿੱਲ ਨੇ ਇਹਨੇ ਸਾਰਾ ਜਿਹੜਾ ਭਾਰਤ ਆ ਉੱਥੇ ਇਹਨੇ ਕਾਨੂੰਨ ਜਿਹੜੇ ਬਣਾਏ, ਕੋਈ ਵੀ ਕਾਨੂੰਨ ਬਣਾਇਆ ਚਲੋ ਇਹਦਾ ਵਿਰੋਧ ਹੋਇਆ, ਪਰ ਜਿਹੜਾ ਡਾਇਰੈਕਟ ਆ ਜਿਹੜਾ ਇਹ ਪੰਜਾਬ ਨਾਲ ਇਸ ਕਰਕੇ ਇਹਦਾ ਸੰਬੰਧ ਆ ਕਿਉਂਕਿ ਪੰਜਾਬ ਦੀ ਕਿਸਾਨੀ ਆ ਜਿਹੜੀ ਉਹ ਤਕਰੀਬਨ 80% ਲੋਕ ਜਿਹੜੇ ਨੇ ਉਹ ਕਿਸਾਨ ਨੇ, ਤੇ ਉਦੋਂ ਬਾਅਦ ਹਰਿਆਣੇ ਦੇ ਵੀ ਨੇ। ਠੀਕ ਹੈ। ਤੇ ਜਿਹੜਾ ਪੰਜਾਬ ਹੈ ਉਹ ਹਮੇਸ਼ਾ ਹੀ ਧੱਕੇ ਦੇ ਖਿਲਾਫ, ਕੋਈ ਵੀ ਧੱਕਾ ਕਰੇ ਜਾਂ ਕਹਿ ਲਓ ਜ਼ੁਲਮ ਕਰੇ, ਉਹਦੇ ਖਿਲਾਫ ਉਹ ਖੜਾ ਜ਼ਰੂਰ ਹੁੰਦਾ। ਠੀਕ ਹੈ ਜੀ। ਸਮੇਂ-ਸਮੇਂ 'ਤੇ ਤੁਸੀਂ ਵੇਖਿਆ ਹਿਸਟਰੀ 'ਚ ਵੀ ਆਪਾਂ ਵੇਖਦੇ, ਤੇ ਉਹ ਐਡੇ ਜੋਸ਼ ਦੇ ਨਾਲ ਉਹ ਖੜਾ ਹੁੰਦਾ ਕਿ ਉਹ ਆਪਦੀ ਉਹ ਜਿਹੜੀ ਅੰਦਰੂਨੀ ਸ਼ਕਤੀ ਜਿਹੜੀ ਉਹਨੂੰ ਗੁਰੂਆਂ ਦੀ ਵਿਚਾਰਧਾਰਾ ਤੋਂ ਮਿਲਦੀ, ਉਸ ਅਨੁਸਾਰ ਉਹ ਜਿਹੜਾ ਆਪਦਾ ਕੋਈ ਵੀ ਜਿਹੜਾ ਸੰਘਰਸ਼ ਉਹਨੂੰ ਤੋਰਦਾ ਤੇ ਉਹ ਦੱਸ ਦਿੰਦਾ ਸਾਰੇ ਸੰਸਾਰ ਨੂੰ ਵੀ ਜੇ ਕੋਈ ਬੰਦਾ ਹੰਕਾਰ ਦੇ ਵਿੱਚ ਜਾਂ ਆਪਦੀ ਆਕੜ ਦੇ ਵਿੱਚ ਕਵੇ ਵੀ ਮੈਂ ਇਹ ਕੰਮ ਕਰਕੇ ਹੀ ਵਿਖਾਉਣਾ ਹੈ, ਅੜੀ ਤੇ ਆ ਜੇ, ਤੇ ਫਿਰ ਪੰਜਾਬ ਵਾਲੇ ਵੀ ਅੜ ਜਾਂਦੇ ਨੇ। ਕਿਉਂਕਿ ਪ੍ਰੋਫੈਸਰ ਪੂਰਨ ਸਿੰਘ ਨੇ ਵੀ ਕਿਹਾ, ਉਹਨਾਂ ਨੇ ਕਿਹਾ ਵੀ ਪੰਜਾਬੀ ਕਿਸੇ ਦੀ ਟੈਂ ਨਹੀਂ ਮੰਨਦੇ। ਬਿਲਕੁਲ ਜੀ, ਬਿਲਕੁਲ। ਇੱਕ ਕਮਲਦੀਪ ਜੀ, ਇੱਕ ਚੀਜ਼ ਤਾਂ ਮੈਂ ਵੇਖੀ ਹੈ, ਵੇਖੋ ਜੀ, ਮੋਦੀ ਮੰਨੇ ਜਾਂ ਉਹਦੇ ਨਾਲ ਦੇ ਮੰਨਣ ਜਾਂ ਨਾ ਮੰਨਣ, ਲੇਕਿਨ ਜਿਹੜੇ ਪੰਜਾਬ ਦੇ ਵਿੱਚ BJP ਨਾਲ ਸੰਬੰਧਿਤ ਕਈ ਇਹੋ ਜਿਹੇ ਲੋਕ ਜਿਹੜੇ ਛੋਟੇ ਲੈਵਲ 'ਤੇ, ਜਿਵੇਂ ਕਿ ਪਿੰਡਾਂ ਲੈਵਲ 'ਤੇ ਕੰਮ ਕਰਦੇ ਆ ਜਾਂ ਬਲਾਕ ਲੈਵਲ 'ਤੇ ਕੰਮ ਕਰਦੇ ਆ, ਉਹਨਾਂ ਦੇ ਫੇਸਬੁੱਕ 'ਤੇ ਮੈਂ ਵੇਖੀਆਂ ਇਹ ਗੱਲਾਂ ਵੀ ਮੋਦੀ ਜੀ ਹੁਣ ਜਿਹੜਾ ਪੰਜਾਬ ਦਾ ਯੂਥ ਹੈ ਇਹ ਜਾਗ ਚੁੱਕਿਆ, ਤੇ ਤੁਸੀਂ ਥੋੜ੍ਹਾ ਜਿਹਾ ਪੰਜਾਬ ਦੇ ਬਾਰੇ ਸੋਚੋ। ਇਹਦੇ ਬਾਰੇ ਤੁਹਾਡਾ ਕੀ ਕਹਿਣਾ ਵੀ ਇਹ ਕਿਸੇ ਦਬਾਅ ਥੱਲੇ ਆ ਕੇ ਗੱਲਾਂ ਕਹਿ ਰਹੇ ਨੇ, ਜਾਂ ਉਹਨਾਂ ਨੂੰ ਵੀ ਲੱਗ ਰਿਹਾ ਵੀ ਜਿਹੜੇ ਬਿੱਲ ਅਸੀਂ ਜਾਂ ਸਾਡੀ ਪਾਰਟੀ ਲੈ ਕੇ ਆਈ ਹੈ ਵੀ ਬਿੱਲ ਬਿਲਕੁਲ ਮਾਰੂ ਨੀਤੀ ਜਾਂ ਕਿਸਾਨਾਂ ਨੂੰ ਮਾਰਨ ਦੇ ਰੂਪ 'ਚ? ਇਕੱਲੇ ਬਲਾਕ ਲੈਵਲ 'ਤੇ ਨਹੀਂ, ਉੱਪਰ ਵੀ। ਠੀਕ ਹੈ। ਉੱਪਰਲੇ ਲੈਵਲ 'ਤੇ ਵੀ BJP ਦੇ ਵਿੱਚ ਅੰਦਰ ਇੱਕ ਸੋਰੇ ਵੀ ਚੱਲਦੀ ਪਈ ਹੈ, ਕਿਉਂਕਿ ਹਰ ਇੱਕ ਨੂੰ ਸੱਚ ਪਤਾ। ਬਿਲਕੁਲ ਜੀ। ਇੱਕੋ ਗੱਲ ਕਹੀ ਜਾਣੀ ਹੈ ਕਿਸਾਨਾਂ ਦੇ ਫਾਇਦੇ, ਜਿਨ੍ਹਾਂ ਦੇ ਫਾਇਦੇ ਲਈ ਉਹ ਤਾਂ ਮੰਨਦੇ ਨਹੀਂ ਪਏ ਸਾਡਾ ਫਾਇਦਾ ਹੋਊਗਾ। ਹਾਂਜੀ। ਕਿਸਾਨ ਉਹ ਚੀਜ਼ ਲੈਣਾ ਨਹੀਂ ਚਾਹੁੰਦੇ, ਧੱਕੇ ਨਾਲ ਕਿਉਂ ਦਿੰਦੇ ਜੇ? ਬਿਲਕੁਲ। ਤੁਹਾਡੇ ਕੋਲ ਕਿਹੜੀ ਗਿੱਦੜ ਸਿੰਘੀ ਹੈ ਵੀ ਤੁਸੀਂ ਕਹੋਗੇ ਅਸੀਂ ਐਂ ਕਰ ਦਿਆਂਗੇ, ਉਹ ਕਰ ਦਿਆਂਗੇ? ਬਿਲਕੁਲ। ਕਿਸਾਨ ਤਾਂ ਦਿਨੋਂ ਦਿਨ ਜਿਹੜਾ ਉਹਦੀ ਆਮਦਨ ਘਟੀ ਜਾਂਦੀ ਹੈ, ਉਹਦੇ ਖਰਚੇ ਵਧੀ ਜਾਂਦੇ ਨੇ। ਬਿਲਕੁਲ ਵਧ ਰਹੇ ਨੇ ਖਰਚੇ। ਤੇ ਤੁਸੀਂ ਵੇਖੋ ਵੀ ਉਹ ਜਿਹੜੇ ਲੋਕ ਨੇ ਉਹ ਪੰਜਾਬ 'ਚ ਹੀ ਰਹਿੰਦੇ ਨੇ, ਉਹਨਾਂ ਨੂੰ ਸਾਰਾ ਪਤਾ ਹੀ। ਪਰ ਕੋਈ ਲੋਕ ਢੀਠ ਵੀ ਨੇ ਜਿਹੜੇ ਪੰਜਾਬ 'ਚ ਰਹਿੰਦੇ ਨੇ, ਉਹ ਸਟੇਟਮੈਂਟਾਂ ਦੇਈ ਜਾਂਦੇ ਆ ਜੀ ਇਹ ਕਿਸਾਨਾਂ ਦੇ ਫਾਇਦੇ 'ਚ। ਉਹ ਪਹਿਲਾਂ ਤਾਂ ਜਦੋਂ ਇਹਨਾਂ ਦਾ ਗੱਠਜੋੜ ਸੀਗਾ, ਹਾਂਜੀ, ਉਹ ਬਾਦਲ ਸਾਹਿਬ ਉਹ ਬਾਦਲ ਦੀ ਇੰਨੀ ਕੁ ਸਿਫਤ ਕਰਦੇ ਸੀ,
ਹੁਣ ਉਹ ਬਾਦਲਾਂ ਦੇ ਖਿਲਾਫ ਤਾਂ ਬੋਲਣ ਲੱਗ ਪਏ ਨੇ, ਠੀਕ ਹੈ ਪਰ ਆਪਣੀ ਪਾਰਟੀ ਦਾ ਐ ਗੁਣਗਾਨ ਕਰੀ ਜਾਂਦੇ ਵੀ ਅਸੀਂ ਇੰਜ ਕਰਤਾ, ਅਸੀਂ ਉਂਝ ਕਰਤਾ, ਕਿਸਾਨਾਂ ਵਾਲੀ ਐ, ਕਿਸਾਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ। ਉਹ ਨਸੀਹਤਾਂ ਦਿੰਦੇ, ਉਹ ਨਸੀਹਤ ਉਹਨੂੰ ਦਿਓ ਜਿਹੜਾ ਬੰਦਾ ਗਲਤ ਹੋਵੇ। ਬਿਲਕੁਲ ਜੀ। ਨਸੀਹਤ ਉਹਨੂੰ ਦਿਓ ਤੁਸੀਂ ਜਿਹੜੇ ਬੰਦੇ ਨੂੰ ਕੁਝ ਪਤਾ ਨਹੀਂ, ਬਿਲਕੁਲ ਜਿਹੜਾ ਪ੍ਰੈਕਟੀਕਲ ਕਰਦਾ। ਇਹਨਾਂ ਲੋਕਾਂ ਨੂੰ ਪਤਾ ਨਹੀਂ ਕਣਕ ਕਦੋਂ ਹੁੰਦੀ ਹੈ, ਝੋਨਾ ਕਦੋਂ ਹੁੰਦਾ ਹੈ। ਬਿਲਕੁਲ ਜੀ। ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਗਾਜਰਾਂ ਕਿੱਥੇ ਹੁੰਦੀਆਂ ਨੇ ਤੇ ਮੂਲੀਆਂ ਕਿੱਥੋਂ ਪੱਟੀ ਦੀਆਂ। ਇਹ ਲੋਕ ਕਿਸਾਨਾਂ ਨੂੰ ਸਿਖਾਉਣਗੇ ਵੀ ਇਹ ਬਿੱਲ ਤੁਹਾਡੇ ਹੱਕ 'ਚ ਨੇ, ਜਿਨ੍ਹਾਂ ਨੇ ਪ੍ਰੈਕਟੀਕਲੀ ਇਹ ਸਾਰਾ ਕੁਝ ਵੇਖਿਆ। ਬਾਸਮਤੀ ਰੋਲਤੀ, ਜਿਹੜੀ ਬਾਸਮਤੀ ਪਾਣੀ ਵੀ ਘੱਟ ਲੈਂਦੀ ਸੀ, ਜਿਹਨੂੰ ਪੰਜਾਬ ਦੇ ਐਗਰੀਕਲਚਰ ਡਿਪਾਰਟਮੈਂਟ ਦੇ ਲੋਕ ਜਿਹੜੇ ਮਹਿਕਮੇ ਵਾਲੇ ਸੀ ਉਹ ਆਂਦੇ ਸੀ ਬਾਸਮਤੀ ਜਿਹੜਾ ਝੋਨੇ ਦਾ ਬਦਲ ਬਣ ਜੂਗਾ। ਠੀਕ ਹੈ। ਨਹੀਂ ਬਣਿਆ। ਹੁਣ ਆ ਤੁਸੀਂ ਆਉਂਦੇ ਸਾਲਾਂ 'ਚ ਵੇਖਿਆ ਇਹ ਲੱਗਣੀ ਨਹੀਂ। ਜਦੋਂ ਵਪਾਰੀਆਂ ਦੇ ਹੱਥ 'ਚ ਗਈ ਪਹਿਲਾਂ ਉਹਨਾਂ ਪਾ ਦਿੱਤਾ, ਮੁੜ ਕੇ ਹੁਣ ਤਾਂ ਉਹ ਇੱਕ ਉਹਦਾ ਝਾੜ ਘੱਟ ਏ, ਇੱਕ ਉਹਦਾ ਕੋਈ ਭਾਅ ਨਹੀਂ ਹੈਗਾ। ਤੁਹਾਨੂੰ ਜਿਸ ਚੀਜ਼ ਦਾ ਫਾਇਦਾ ਨਹੀਂ ਤੁਸੀਂ ਹਰ ਵਾਰੀ ਉਹ ਚੀਜ਼ ਥੋੜੀ ਕਰੋਗੇ। ਇਹ ਤਾਂ ਹੈ ਜੀ। ਤੁਸੀਂ ਕੋਈ ਵੀ ਬਿਜ਼ਨਸ ਵੀ ਕਰਦੇ ਹੋ, ਜੇ ਤੁਹਾਨੂੰ ਬਿਜ਼ਨਸ ਘਾਟਾ ਪੈ ਗਿਆ ਤੁਸੀਂ ਛੱਡ ਦੋਗੇ, ਤੁਸੀਂ ਹੋਰ ਲਾਈਨ ਫੜ ਲਓਗੇ। ਜ਼ਿਮੀਂਦਾਰ ਨੇ ਪ੍ਰੈਕਟੀਕਲੀ ਸਾਰਾ ਕੁਝ ਕਰਕੇ ਵੇਖਿਆ, ਉਹ ਵੇਂਦਾ ਪਿਆ। ਹਾਂਜੀ ਹਾਂਜੀ। ਆ ਤੁਹਾਡੀਆਂ ਹਰ ਸਾਲ ਮਿਰਚਾਂ ਰੁਲ ਜਾਂਦੀਆਂ, ਆਲੂ ਰੁਲ ਜਾਂਦੇ ਨੇ, ਪਿਆਜ਼ ਰੁਲ ਜਾਂਦੇ ਨੇ, ਤੇ ਇਹ ਸਾਰਾ ਕੁਝ ਸਾਹਮਣੇ। ਤੇ ਜਦੋਂ ਤੁਸੀਂ ਇਹ ਚੀਜ਼ਾਂ ਵੀ ਉਹਨਾਂ ਦੇ ਹੱਥ 'ਚ ਦੇ ਦਿੱਤੀਆਂ ਤੇ ਜ਼ਿਮੀਂਦਾਰ ਦੇ ਪੱਲੇ ਕੀ ਰਹਿਣਾ। ਬਿਲਕੁਲ ਜੀ। ਜਲੰਧਰ ਏਰੀਏ ਦੇ ਵਿੱਚ ਆਮ ਆਪਾਂ ਪਿਛਲੇ ਕੁਝ ਸਾਲਾਂ ਤੋਂ ਵੇਖਦੇ ਆ ਰਹੇ। ਚਲੋ ਐਤਕੀ ਤਾਂ ਆਲੂ ਦਾ ਰੇਟ ਬਹੁਤ ਵਧੀਆ ਰਿਹਾ ਵੀ ਆਲੂ ਜਿਹੜੇ ਲੋਕ ਟਰਾਲੀਆਂ ਭਰ ਕੇ ਸੜਕਾਂ 'ਤੇ ਲਾਈ ਜਾਂਦੇ ਆ। ਤੇ ਮਿਰਚਾਂ ਜਿਵੇਂ ਕਿ ਆਪਣੇ ਜ਼ਿਲ੍ਹੇ ਦੇ ਵਿੱਚ ਆਮ ਫਿਰੋਜ਼ਪੁਰ ਦੇ ਵਿੱਚ ਵੀ ਅਸੀਂ ਇਹ ਦੇਖਿਆ ਜੀ, ਮਿਰਚਾਂ ਵਾਲੇ ਜ਼ਿਮੀਂਦਾਰ ਕਿਸਾਨ ਜਿਹੜੇ ਭਰਾ ਸਾਡੇ ਹੈਗੇ ਆ ਵੀ ਉਹ 2 ਰੁਪਏ 3 ਰੁਪਏ ਕਿਲੋ ਮਿਰਚ ਵਿਕਦੀ ਆ, ਤੇ ਉਹਦੀ ਜਿਹੜੀ ਤੜਵਾਈ ਆ ਮੇਰੇ ਸਾਨੂੰ 4 ਜਾਂ 5 ਰੁਪਏ ਤੱਕ ਤੜਾਈ ਹੋ ਜਾਂਦੀ ਹੈ, ਤੇ ਅਖੀਰ ਦੇ ਵਿੱਚ ਉਹਨਾਂ ਨੂੰ ਮਿਰਚਾਂ ਵਿੱਚ ਵਾਹੁਣੀਆਂ ਪੈ ਜਾਂਦੀਆਂ। ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਲਾਗੂ ਕਰਨਾ ਚਾਹੁੰਦੇ ਨੇ। ਬੜਾ ਔਖਾ ਜੀ ਜ਼ਿਮੀਂਦਾਰ ਦਾ ਜਿਹੜਾ ਜੀਵਨ ਹੈ। ਜੇ ਜ਼ਿਮੀਂਦਾਰੀ ਐਡੀ ਵਧੀਆ ਹਾਂਜੀ ਤੇ ਇਹ ਲੋਕ ਛੱਡ ਕੇ ਕਰ ਲੈਣ। ਹਾਂਜੀ, ਇਹ ਨਹੀਂ ਕਰ ਸਕਦੇ। ਬਿਲਕੁਲ ਜੀ। ਜ਼ਿਮੀਂਦਾਰ ਆ, ਰਾਤ ਨੂੰ ਲਾਈਟ ਆਉਂਦੀ ਹੈ, ਕਦੀ ਜ਼ਿਮੀਂਦਾਰ ਨੇ ਗਿਲਾ ਨਹੀਂ ਕੀਤਾ। ਹਾਲਾਂਕਿ ਜ਼ਿਮੀਂਦਾਰ ਨੇ ਨਹੀਂ ਸਾਰੀ ਦਿਹਾੜੀ ਉਹ ਖੇਤਾਂ 'ਹੀ ਕੰਮ ਕਰੇ ਤੇ ਰਾਤ ਨੂੰ ਫਿਰ ਜਾਗ ਕੇ ਉਹ ਪਾਣੀ ਲਾਵੇ, ਉਹਨੇ ਫਿਰ ਵੀ ਨਹੀਂ, ਉਹਦਾ ਇੰਨਾ ਸਬਰ ਆ। ਤੁਸੀਂ ਵੇਖੋ ਜ਼ਿਮੀਂਦਾਰ 'ਚ ਕਿੰਨਾ ਸਬਰ ਹੈ। ਬਹੁਤ ਜ਼ਿਆਦਾ ਜੀ। ਦੇਖੋ ਕੁਦਰਤੀ ਤੌਰ ਤੇ ਵੀ 6 ਮਹੀਨੇ ਬਾਅਦ ਉਹਦੀ ਫਸਲ ਹੋਣੀ। 6 ਮਹੀਨੇ ਬਾਅਦ ਉਹ ਉਡੀਕਦਾ। ਬਿਲਕੁਲ। ਕਿਹੜਾ ਵਪਾਰੀ ਹੈ, ਕਿਹੜਾ ਜਿਹੜਾ ਪ੍ਰੋਫੈਸ਼ਨ ਆ ਜਿਹਦੇ ਵਿੱਚ ਲੋਕ 2 ਦਿਨ ਵੀ 2 ਦਿਨ ਕਿਸੇ ਦੀ ਤਨਖਾਹ ਲੇਟ ਹੋ ਜੇ ਨਾ ਜੀ। ਹਾਂਜੀ ਹਾਂਜੀ। ਤੇ ਉਹ ਬੰਦਾ ਉਹਦੀ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੰਦਾ ਵੀ 2 ਦਿਨ ਮੇਰੀ ਕਿਉਂ ਹੋਈ ਲੇਟ। ਬਿਲਕੁਲ ਜੀ। ਇੱਥੇ 6 ਮਹੀਨੇ ਜ਼ਿਮੀਂਦਾਰ ਨੇ ਵੇਟ ਕਰਨੀ ਹੈ। ਕਿੱਡਾ ਸਬਰ ਹੈ। ਅੱਛਾ, ਫਿਰ ਇਹ ਪਤਾ ਨਹੀਂ ਵੀ ਉਹ ਫਸਲ ਸੁੱਖੀ ਸਾਂਦੀ ਉਹਦੇ ਘਰ ਆਉਣੀ ਕਿ ਨਹੀਂ ਆਉਣੀ। ਠੀਕ ਹੈ ਜੀ। ਤੇ ਜਦੋਂ ਆਉਣੀ ਹੈ ਤੇ ਉਹਦੇ ਨਾਲ ਕੀ ਹਾਲ ਕਰਨਾ। ਉਸੇ ਟਾਈਮ ਖਰੀਦੀ ਜਾਣੀ ਕਿ ਮੈਨੂੰ ਉੱਥੇ ਵੀ ਮੰਡੀਆਂ 'ਚ ਵੀ ਰਾਤਾਂ ਜਾ ਕੇ, ਤੇ ਫਿਰ ਵੀ ਉਹ ਖੁਸ਼ ਆ ਵੀ ਚਲੋ ਰੱਬ ਦੀ ਰਜ਼ਾ ਦੇ ਵਿੱਚ ਵੀ ਚੱਲੀ ਜਾਂਦਾ ਕੰਮ ਮੇਰਾ। ਤੇ ਜਿਹੜਾ ਹੁਣ ਦੀ ਜ਼ਿਮੀਂਦਾਰ ਆ ਜਿਹੜਾ ਕਰਦਾ ਪਿਆ, ਕਿਸਾਨ ਕਰਦਾ ਪਿਆ, ਜਿਹੜੀ ਖੇਤੀ ਕਰਦਾ ਪਿਆ, ਉਹ ਕੋਈ ਜੇ ਉਵੇਂ ਵੇਖੀਏ ਵਪਾਰਕ ਪੱਖੋਂ ਵੇਖੀਏ ਤਾਂ ਕੋਈ ਐਡੀ ਲਾਹੇਵੰਦ ਨਹੀਂ ਹੈਗੀ। ਪਰ ਉਹ ਫਿਰ ਵੀ ਵਿਚਾਰਾ ਸਬਰ ਕਰੀ ਜਾਂਦਾ, ਮਜਬੂਰੀ ਦੇ ਮਾਰਿਆਂ। ਉਹਦੇ ਕਰਕੇ ਹੀ ਇਹ ਜਿਹੜਾ ਦੇਸ਼ ਦੀ ਇਕਨੋਮੀ ਹਲੇ ਜਿਹੜੀ ਚੱਲਣ ਡਈ। ਹਾਂਜੀ। ਜੇ ਤੁਸੀਂ ਉਹ ਵੀ ਉਹਦੇ ਕੋਲ ਖੋਲੋਗੇ ਹਾਂਜੀ ਫਿਰ ਕੀ ਹੋਏਗਾ। ਫਿਰ ਤਾਂ ਜ਼ਿਮੀਂਦਾਰ ਤਾਂ ਖਤਮ ਹੀ ਹੈ ਜੀ। ਉਹ ਇਸ ਲਈ ਜ਼ਿਮੀਂਦਾਰ ਐ ਨਹੀਂ ਉੱਥੇ ਚਲਾ ਗਿਆ, ਉਹਨੂੰ ਆਪਦੀ ਮੌਤ ਦਿਸਦੀ ਪਈ ਹੈ। ਬਿਲਕੁਲ ਜੀ ਬਿਲਕੁਲ। ਇਹ ਜਿਹੜੇ ਬਿੱਲ ਆ ਇਹ ਕਿਸੇ ਵੀ ਹਾਲਤ 'ਚ ਲਾਗੂ ਨਹੀਂ ਹੋਣੇ ਚਾਹੀਦੇ। ਤੇ ਇੱਕ ਕਮਲਦੀਪ ਜੀ, ਇੱਕ ਸਵਾਲ ਤੁਹਾਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਫਿਰ ਵੀ ਇੱਕ ਜਾਂਦੇ ਛੋਟਾ ਜਿਹਾ ਸਵਾਲ ਤੁਹਾਨੂੰ ਪੁੱਛਣਾ ਹੈ ਕਿ ਜਿਵੇਂ ਕੱਲ੍ਹ ਦਾ ਅਖਬਾਰਾਂ ਦੇ ਵਿੱਚ ਇਹਨਾਂ ਦੇ ਬਿਆਨ ਆਏ ਨੇ ਵੀ ਜਿਹੜਾ ਇਹ ਬਿੱਲ ਹੈ ਕਿਸਾਨਾਂ ਨੂੰ ਇਹਨਾਂ ਬਿੱਲਾਂ ਦੇ ਬਾਰੇ 'ਚ ਪਤਾ ਨਹੀਂ ਹੈ, ਤੇ ਅਸੀਂ ਜਿਹੜੇ ਆ ਵੀ ਜ਼ਿਲ੍ਹਾ ਵਾਈਜ਼ ਜਿਹੜੀਆਂ ਕਮੇਟੀਆਂ ਬਣਾ ਕੇ ਅਸੀਂ ਇਹਦਾ ਪ੍ਰਚਾਰ ਕਰਾਵਾਂਗੇ, ਲੋਕਾਂ ਤੱਕ ਪਹੁੰਚਾਵਾਂਗੇ ਵੀ ਇਹਨਾਂ ਜਿਹੜੇ ਬਿੱਲ ਹੈਗੇ ਆ ਇਹਨਾਂ ਦੇ ਵਿੱਚ ਕੀ ਹੈਗਾ ਜੀ। ਕੀ ਇਹ ਤੁਹਾਨੂੰ ਨਹੀਂ ਜਾਪਦਾ ਜੀ ਜਿਹੜੀ ਮੋਦੀ ਸਰਕਾਰ ਹੈ ਕਿ ਇਕੱਲਾ ਸਿਰਫ ਇਹ ਸਮਝਦਾ ਕਿ ਮੈਂ ਹੀ ਪੜ੍ਹਿਆ ਲਿਖਿਆ ਜਾਂ ਹੋਰ ਜਿੰਨੇ ਜ਼ਿਮੀਂਦਾਰ ਵਰਗ ਦੇ ਵਿੱਚ ਨੌਜਵਾਨ ਪੀੜ੍ਹੀ ਹੈਗੀ ਆ ਜਾਂ ਪੁਰਾਣੇ ਬਜ਼ੁਰਗ ਵੀ ਜਿਹੜੇ ਬਹੁਤ ਜ਼ਿਆਦਾ ਪੜ੍ਹੇ ਹੋਏ ਨੇ, ਕਿ ਉਹ ਸਾਰੇ ਅਨਪੜ੍ਹ ਤੁਰੇ ਫਿਰਦੇ, ਉਹਨਾਂ ਨੂੰ ਪਤਾ ਨਹੀਂ ਇਸ ਬਿੱਲ ਬਾਰੇ? ਦੇਖੋ ਜੀ ਗੱਲ ਸੁਣੋ, ਪੰਜਾਬ ਐਡਾ ਜਾਗਰਤ ਅੱਜ ਦਾ ਨਹੀਂ, ਪਹਿਲਾਂ ਵੀ ਜਾਗਰਤ ਸੀ। ਹਾਂਜੀ। ਪੰਜਾਬ ਦੇ ਜਿਹੜੇ ਬਜ਼ੁਰਗ ਆ ਨਾ, ਹਾਂਜੀ, ਉਹ ਵੀ ਪੜ੍ਹੇ ਹੋਏ ਨੇ, ਸਾਰੇ ਅਨਪੜ੍ਹ ਨਹੀਂ ਗੇ। ਠੀਕ ਹੈ ਜੀ। ਕੁਝ ਫੌਜ 'ਚੋਂ ਰਿਟਾਇਰ ਹੋਏ ਨੇ। ਸਾਡਾ ਜਿਹੜਾ ਜਦੋਂ ਕੋਈ ਵੀ ਰਿਟਾਇਰ ਹੋ ਜਾਂਦਾ
ਉਹ ਸਾਡੇ ਪਿੰਡਾਂ ਦੇ ਵਿੱਚ ਰਿਵਾਜ ਹੈ ਵੀ ਉਹ ਪੈਂਟਾਂ ਕਮੀਜ਼ਾਂ ਛੱਡ ਦਿੰਦਾ। ਠੀਕ ਹੈ ਜੀ। ਉਹ ਚਾਦਰੇ ਬੰਨ੍ਹ ਲੈਂਦਾ ਤੇ ਉਹ ਆਮ ਸਿੰਪਲ ਜਾਈ ਜਿਹੜਾ ਹੁੰਦਾ ਜੀਵਨ ਜਿਉਣਾ। ਬਿਲਕੁਲ ਜੀ। ਉਹ ਜੇ ਕਲਚਰ ਹੈ ਪੰਜਾਬ ਦਾ। ਬਿਲਕੁਲ ਜੀ। ਉਹ ਇਹ ਵੇਖਦੇ ਨੇ ਵੀ ਇਹ ਚਾਦਰਾਂ ਤੇ ਪੱਗਾਂ ਬੰਨੀਆਂ ਤੇ ਨਾ ਕੁੜਤੇ ਪਜਾਮੇ ਪਾਏ ਆ ਵੀ ਇਹ ਪੜ੍ਹੇ ਨਹੀਂ। ਪੰਜਾਬ ਦਾ ਯੂਥ ਜਿਹੜਾ ਉਹ ਤਕਰੀਬਨ ਜੇ ਐਵਰੇਜ ਕਰੀਏ ਤੇ BA ਪਾਸ ਜਿਹੜੇ ਮੁੰਡੇ ਨੇ ਜਾਂ MA ਪਾਸ ਵੀ ਖੇਤੀ ਕਰਨ ਦੇ। ਹਾਂਜੀ ਹਾਂਜੀ ਬਿਲਕੁਲ। ਇੱਥੋਂ ਤੱਕ ਕਿ BTech ਕੀਤੇ ਬੱਚੇ ਵੀ ਜਿਹੜੇ ਖੇਤੀਬਾੜੀ ਕਰਦੇ ਪਏ। ਬਿਲਕੁਲ ਜੀ। ਉਸ ਤੋਂ ਇਲਾਵਾ ਸਾਡੇ ਬੱਚੇ ਇੰਨਾ ਪੜ੍ਹ ਲਿਖ ਕੇ ਉਹ ਬਾਹਰ ਪੜ੍ਹਨ ਜਾ ਰਹੇ ਨੇ। ਤੇ ਜਿਹੜੇ ਕਿਸਾਨਾਂ ਦੀ ਗੱਲ ਕਰਦੇ ਨੇ ਵੀ ਪੰਜਾਬ ਦੇ ਵਿੱਚ ਉਹਨਾਂ ਨੂੰ ਇੰਝ ਆ ਉਂਝ ਆ। ਹਾਂਜੀ ਹਾਂਜੀ। ਉਹ ਇਹਨਾਂ ਦੇ ਪੋਤੜੇ ਫਰੋਲ ਕੇ ਰੱਖ ਦੇਣਗੇ। ਉਹ ਇੰਨਾ ਪੜ੍ਹੇ ਲਿਖੇ ਨੇ, ਉਹਨਾਂ ਨੂੰ ਸਿਆਸਤ ਦਾ ਵੀ ਇੰਨਾ ਗਿਆਨ ਆ। ਜਿਨ੍ਹਾਂ ਨੂੰ ਇੰਨਾ ਗਿਆਨ ਆ ਨਾ ਵੀ ਅਸੀਂ ਆਪਦੀ ਸਟੇਜ ਤੇ ਕੋਈ ਸਿਆਸੀ ਬੰਦਾ ਨਹੀਂ ਚੜ੍ਹਨ ਦੇਣਾ ਕਿ ਇਹ ਸਾਡੇ ਸੰਘਰਸ਼ ਨੂੰ ਫੇਲ ਕਰ ਦੇਣਗੇ। ਬਿਲਕੁਲ ਜੀ। ਉਹ ਇਹਨਾਂ ਤੋਂ 2 ਕਦਮ ਅੱਗੇ ਨੇ। ਬਿਲਕੁਲ ਜੀ। ਜਿਹੜੀਆਂ ਇਹ ਸੋਚਾਂ ਸੋਚਦੇ ਸੀ ਉਹ ਸੋਚਾਂ ਤੋਂ ਕਿਤੇ ਅੱਗੇ ਨੇ। ਤੇ ਜਿਹੜੇ ਅੱਗੇ ਲੀਡਰ ਲੱਗੇ ਹੋਏ ਨੇ ਉਹ ਵੀ ਬੜੇ ਸਿਆਣੇ ਨੇ ਕਿਸਾਨਾਂ ਦੇ। ਬਿਲਕੁਲ ਜੀ। ਸਮਝਾਉਣ ਵਾਲੀ ਗੱਲ ਉੱਥੇ ਹੁੰਦੀ ਹੈ ਇਹ ਆਪ ਸਮਝਣ ਵੀ ਇਹਨਾਂ ਦਾ ਜਿਹੜਾ ਮੈਂਟਲ ਲੈਵਲ ਉਹ ਕਿੱਥੇ ਹੈਗਾ। ਇਹ ਲੋਕ ਇਹਨਾਂ ਨੂੰ ਆਪ ਨੂੰ ਨਹੀਂ ਸਮਝ ਲੱਗਦੀ ਵੀ ਇਹ 4 ਦਿਨ ਕਿਸਾਨਾਂ ਦੇ ਨਾਲ ਰਹਿਣ। ਹਾਂਜੀ ਹਾਂਜੀ। ਖੇਤਾਂ ਦੇ ਵਿੱਚ ਕੰਮ ਕਰਨ। ਇਹ ਉੱਥੇ ਕੰਮ ਕਰਨ ਜਿਵੇਂ ਉਹ ਕਿਸਾਨ ਕੰਮ ਕਰਦਾ, ਜਿੰਨੇ ਘੰਟੇ ਉਹ ਕੰਮ ਕਰਦਾ ਇਹ ਵੇਖਣ। ਹਾਂਜੀ ਹਾਂਜੀ। ਫਿਰ ਇਹਨਾਂ ਨੂੰ ਪਤਾ ਲੱਗੂ। ਜਦੋਂ ਤੁਸੀਂ ਉਹੋ ਜਿਹਾ ਜੀਵਨ ਜਿਉਂਦੇ ਨਹੀਂ। ਹਾਂਜੀ। ਤੁਸੀਂ ਉਹੋ ਜਿਹੀਆਂ ਜੇਠ ਹਾੜ ਦੀਆਂ ਧੁੱਪਾਂ ਨਹੀਂ ਜਿਹੜੀਆਂ ਆਪਦੇ ਪਿੰਡੇ ਤੇ ਚੱਲਦੇ ਤੇ ਸਰਦੀਆਂ ਦੇ ਵਿੱਚ ਤੁਸੀਂ ਜਾ ਕੇ ਅੱਧੀ ਰਾਤ ਨੂੰ ਪਾਣੀ ਨਹੀਂ ਲਾਉਂਦੇ, ਸੱਪਾਂ ਦੀਆਂ ਸਿਰੀਆਂ ਨਹੀਂ ਮਿੱਧਦੇ, ਤੁਹਾਨੂੰ ਕਿਵੇਂ ਪਤਾ ਲੱਗੂ? ਤੁਹਾਨੂੰ ਤਾਂ ਹੁਣ ਇਹ ਸ਼ੁਗਲ ਹੀ ਲੱਗਦਾ। ਇੰਨੀ ਗੱਲ ਕਹਿ ਦੇਣੀ ਕਿਸਾਨਾਂ ਨੂੰ ਇਹਦੀ ਸਮਝ ਨਹੀਂ ਲੱਗੀ। ਬਿਲਕੁਲ ਜੀ ਬਿਲਕੁਲ। ਜਿਹੜਾ ਕਿਸਾਨ ਅੱਜ ਤੱਕ ਬਦਲਦੀਆਂ ਹੋਈਆਂ ਪ੍ਰਸਥਿਤੀਆਂ ਅਨੁਸਾਰ ਵੀ ਉਹਨੇ ਇੰਨਾ ਅਨਾਜ ਪੈਦਾ ਕਰਕੇ ਦਿੱਤਾ ਕਿ ਸਾਰੇ ਭਾਰਤ ਦਾ ਉਹਨੇ ਢਿੱਡ ਭਰਿਆ। ਬਿਲਕੁਲ ਜੀ। ਤੇ ਕਿਸੇ ਸਮੇਂ ਉਹਨੂੰ ਜਿਹੜਾ ਅਨਾਜ ਭੰਡਾਰ ਵੀ ਕਰਨ ਦੀ ਇਜਾਜ਼ਤ ਨਹੀਂ ਸੀ। ਐਸ ਮਾਰਗੇ ਕਾਨੂੰਨ ਵੀ ਲੱਗੇ। ਠੀਕ ਹੈ ਜੀ। ਤੇ ਇਹ ਤੁਸੀਂ ਵੇਖੋ ਵੀ ਉਹਨੂੰ ਤੁਸੀਂ ਕਹਿੰਦੇ ਪਏ ਜੀ ਉਹਨੂੰ ਸਮਝ ਨਹੀਂ ਹੈਗੀ। ਉਹਦੇ ਅੱਜ ਜਿਹੜੇ ਧੀਆਂ ਪੁੱਤਰ ਨੇ ਉਹ ਨੌਕਰੀਆਂ ਵੀ ਕਰਦੇ ਨੇ, ਚੰਗੀਆਂ ਪੋਸਟਾਂ 'ਤੇ ਵੀ। ਬਿਲਕੁਲ ਹੈਗੇ ਆ ਜੀ। ਹਾਂ। ਤੇ ਉਹ ਸਾਰਾ ਕੁਝ ਜਾਣਦਾ। ਉਹ ਤੁਹਾਡੇ ਆਉਣ ਵਾਲੇ ਸਮੇਂ ਜਿਹੜਾ ਤੁਸੀਂ ਕੁਝ ਕਰਨਾ ਉਹਦੇ ਬਾਰੇ ਵੀ ਉਹ ਸੁਚੇਤ ਹੈ। ਠੀਕ ਹੈ ਜੀ। ਹਾਂ। ਤੇ ਤਾਂ ਹੀ ਤਾਂ ਉਹ ਕਰ ਰਿਹਾ ਇਹਦਾ ਵਿਰੋਧ। ਬਿਲਕੁਲ ਬਿਲਕੁਲ। ਚਲੋ ਬਹੁਤ ਬਹੁਤ ਧੰਨਵਾਦ ਕਮਲਦੀਪ ਜੀ ਤੁਹਾਡਾ ਇਸ ਸਟੂਡੀਓ ਵਿੱਚ ਪਹੁੰਚਣ ਦੇ ਅਤੇ ਇੰਨੀ ਸਾਰੀ ਗੱਲਬਾਤ ਕਰਨ 'ਤੇ ਜੀ। ਇਹ ਸਨ ਜੀ ਸਰਦਾਰ ਕਮਲਦੀਪ ਸਿੰਘ ਜੀ ਜੋ ਆਪਣੇ ਨਾਲ ਇਸ ਮੁੱਦੇ 'ਤੇ ਮੋਦੀ ਸਰਕਾਰ ਬਾਰੇ ਵਿਚਾਰ ਵਟਾਂਦਰਾ ਕਰ ਰਹੇ ਸਨ। ਸੋ ਤੁਹਾਨੂੰ ਸਾਡਾ ਜਿਹੜਾ ਪ੍ਰੋਗਰਾਮ ਅੱਜ ਹੋਇਆ ਜੀ ਕਿੱਦਾਂ ਦਾ ਲੱਗਾ ਜੀ ਇਹ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਅਤੇ ਮਿਲਦੇ ਹਾਂ ਜੀ ਅਗਲੀ ਵਾਰ ਟੂਡੇ ਨਾਓ ਪੰਜਾਬੀ ਚੈਨਲ ਦੇ ਕਿਸੇ ਹੋਰ ਮੁੱਦੇ ਨੂੰ ਲੈ ਕੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ।